ਸਨਮਾਨ ਸਤਿਕਾਰਯੋਗ ਪਰਮ ਪੂਜੀਏ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ। ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ। ਗਿਆਨੀ ਜੀ ਦੀ ਰਸਨਾ ਤੋਂ ਜੋ ਪਾਵਨ ਪਵਿੱਤਰ ਬਚਨਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਅੱਜ ਅੰਮ੍ਰਿਤ ਵੇਲੇ ਤਖਤ ਤੇ ਪ੍ਰਕਾਸ਼ਮਾਨ ਹੋਣ ਵਕਤ ਸਤਿਗੁਰਾਂ ਨੇ ਜੋ ਹੁਕਮ ਦੀ ਬਖਸ਼ੀਸ਼ ਕੀਤੀ ਹੈ, ਇਹ ਅੱਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਹੈ। ਤੇ ਜੋ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ, ਗੁਰੂ ਕੇ ਪਿਆਰਿਓ, ਹੁਕਮ ਦੀ ਵਿਚਾਰ ਵੀ ਸਰਵਨ ਕਰੀਏ। ਨਾਲ ਨਾਲ ਅੱਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਿਕ ਗੁਰੂ ਨਾਨਕ ਦੇ ਤਖਤ ਤੇ ਬਿਰਾਜਮਾਨ ਹੋਏ ਇਹ ਦਿਵਸ ਵੀ ਮਨਾਇਆ ਜਾ ਰਿਹਾ। ਇਤਿਹਾਸ ਵਿੱਚੋਂ ਤੇ ਗੁਰਬਾਣੀ ਵਿੱਚੋਂ ਆਓ ਰਲ ਮਿਲ ਕੇ ਕੁਝ ਸਮੇਂ ਲਈ ਵਿਚਾਰਾਂ ਕਰੀਏ। ਸਤਿਗੁਰਾਂ ਨੇ ਜੋ ਅੱਜ ਪਾਵਨ ਹੁਕਮ ਦੀ ਬਖਸ਼ੀਸ਼ ਕੀਤੀ ਹੈ, ਇਹ ਪਾਕ ਬਚਨ ਜਗਤ ਤਾਰਕ ਪਿਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਚਾਰਨ ਕੀਤੇ ਰਾਗ ਸੂਹੀ ਵਿੱਚ ਬਚਨ ਦਰਜ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 728 ਤੇ ਸ਼ਬਦ ਦੇ ਪਿਆਰਿਓ 4 ਪਦ ਹਨ। ਤੇ ਜਦ ਵੀ ਗੁਰੂ ਕੇ ਕੀਰਤਨੀਏ ਸੁਣੋ ਗਾਵਨ, ਸਤਿਗੁਰਾਂ ਨੇ ਹੁਕਮ ਕੀਤਾ ਕਿ ਇਹਨੂੰ ਪਹਿਲੇ ਘਰ ਵਿੱਚ ਗਾਇਆ ਜਾਏ। ਸਿਰਲੇਖ ਇਹੀ ਹੈ, ਰਾਗ ਸੂਹੀ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਦੇ ਬਚਨ, ਚੌਪਦੇ ਸ਼ਬਦ ਦੇ 4 ਪਦ ਹਨ। ਘਰ ਪਹਿਲੇ ਵਿੱਚ ਇਹਨੂੰ ਗਾਵਨਾ ਹੈ। ਆਰੰਭ ਵਿੱਚ ਗੁਰੂ ਕੇ ਪਿਆਰਿਓ, ਗੁਰਸਿੱਖ ਨੂੰ ਜੋ ਗੁਰੂ ਨੇ 2 ਮੰਤਰ ਬਖਸ਼ੇ ਨੇ, 2 ਮੰਤਰਾਂ ਦਾ ਮੈਂ ਜ਼ਿਕਰ ਕਰਾਂ। ਇੱਕ ਹੈ ਮੂਲ ਮੰਤਰ ਤੇ ਦੂਜਾ ਹੈ ਗੁਰ ਮੰਤਰ। ਵਾਹਿਗੁਰੂ ਜਿਹੜਾ ਸਾਨੂੰ ਬਖਸ਼ਿਆ ਗੁਰੂ ਨੇ, ਇਹ ਗੁਰ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਧੰਨ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਮੂਲ ਮੰਤਰ। ਤੇ ਰਾਗ ਦੇ ਆਰੰਭ ਵਿੱਚ ਹੀ ਸਤਿਗੁਰਾਂ ਨੇ ਸ਼ਬਦ ਦੇ ਆਰੰਭ ਵਿੱਚ, ਅੱਜ ਦੇ ਹੁਕਮ ਦੇ ਆਰੰਭ ਵਿੱਚ ਸੰਪੂਰਨ ਮੂਲ ਮੰਤਰ ਦਾ ਪਾਠ ਉਚਾਰਨ ਕੀਤਾ, ਜਿਹਦੀ ਸੰਖੇਪ ਵਿਚਾਰ ਆਪ ਜੀ ਦੇ ਸਨਮੁਖ ਮੈਂ ਕਹਿਣ ਦਾ ਯਤਨ ਕਰਾਂ। ਇੱਕ ਓੰਕਾਰ, ਉਹ ਪਰਮਾਤਮਾ ਇੱਕ ਹੈ। ਓੰਕਾਰ ਦੇ ਅਰਥ ਵਿਦਵਾਨਾਂ ਨੇ ਬਹੁਤ ਕੀਤੇ ਨੇ, ਪਰ ਪ੍ਰਮੁੱਖ ਅਰਥ ਇਹਦਾ ਵਿਦਵਾਨ ਕਰਦੇ ਨੇ ਸਤ ਚਿੱਤ ਤੇ ਆਨੰਦ ਸਰੂਪ। ਉਹ ਪਰਮਾਤਮਾ ਇੱਕ ਹੈ, ਸਤ ਚਿੱਤ ਤੇ ਆਨੰਦ ਸਰੂਪ ਹੈ। ਇਹ 3 ਲਕਬ ਨੇ, 3 ਬੋਲ ਨੇ ਗੁਰੂ ਕੇ ਪਿਆਰਿਓ, ਜਿਹਨੂੰ ਗੁਰੂ ਕਲਗੀਧਰ ਪਿਤਾ ਜੀ ਨੇ ਇਕੱਠਾ ਕਰ ਦਿੱਤਾ ਜਾਪ ਸਾਹਿਬ ਦੇ ਵਿੱਚ, ਤੇ 3 ਤੋਂ ਇੱਕ ਕਰ ਦਿੱਤਾ। ਊੜੇ ਦੀ ਇਹ ਜਿਹੜੀ ਬਣਤਰ ਹੈ ਨਾ, 3 ਪਹਿਲਾਂ ਲਿਖਣਾ ਪੈਂਦਾ, ਫਿਰ ਅਸੀਂ ਉੱਪਰ ਨੂੰ ਉਠਾ ਕੇ ਡੰਡੀ ਊੜਾ ਲਿਖਦੇ ਹਾਂ। ਇਹ ਜਿਹੜੀਆਂ 3 ਡੰਡੀਆਂ ਨੇ, ਇਹਦਾ ਭਾਵ ਵੀ ਵਿਦਵਾਨਾਂ ਨੇ ਇਹੀ ਕਹਿਆ ਕਿ ਸਤ ਚਿੱਤ ਤੇ ਆਨੰਦ ਸਰੂਪ ਹੈ ਉਹ ਪਰਮਾਤਮਾ।
ਤੇ ਗੁਰੂ ਕਲਗੀਧਰ ਪਿਤਾ ਨੇ ਜਾਪ ਸਾਹਿਬ ਦੇ ਵਿੱਚ ਬਚਨ ਕੀਤੇ ਨੇ। ਇਹਨੂੰ ਇਕੱਠਾ ਕਰਕੇ ਲਕਬ ਕੀ ਬਣੇਗਾ? ਸਤ ਚਿਤ ਆਨੰਦ ਸਚਦਾਨੰਦ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਬਚਨ ਆਇਆ, ਸਤ ਚਿਤ ਆਨੰਦ ਸਵਰੂਪ ਪਰਮਾਤਮਾ ਇੱਕ ਹੈ, ਉਹਦੇ ਰੂਪ ਜਿਹੜੇ ਅੱਗੋਂ ਕਈ ਨੇ। ਸਤਨਾਮ ਉਹਦਾ ਨਾਮ ਹੈ ਜਿਹੜਾ ਹੋਂਦ ਵਾਲਾ, ਸਦਾ ਕਾਇਮ ਰਹਿਣ ਵਾਲਾ, ਕਰਤਾ। ਆ ਜੋ ਕੁਝ ਵੀ ਦੁਨੀਆ ਤੇ ਦੇਖ ਰਹੇ ਹਾਂ, ਗੁਰੂ ਨਾਨਕ ਸਾਹਿਬ ਦਰਸਾਉਂਦੇ ਭਾਈ ਇਹ ਸਾਰੀ ਸ੍ਰਿਸ਼ਟੀ ਦਾ ਕਰਨਹਾਰ ਕਰਤਾ ਨਿਰੰਕਾਰ ਹੈ, ਉਹ ਪਰਮਾਤਮਾ ਜਿਹਦਾ ਨਾਮ ਵੀ ਹੋਂਦ ਵਾਲਾ। ਪੁਰਖ, ਪੁਰਖ ਦਾ ਅਖਰੀ ਅਰਥ ਹੈ ਜੋ ਰਚਨਾ ਵਾਹਿਗੁਰੂ ਨੇ ਕੀਤੀ ਹੈ ਨਾ, ਇਸੇ ਰਚਨਾ ਦੇ ਵਿੱਚ ਵੀ ਉਹ ਵਿਆਪਕ ਹੈ। ਇਸ ਰਚਨਾ ਵਿੱਚ ਹੀ ਉਹ ਵਿਆਪਿਆ ਹੋਇਆ ਸਰਬ ਵਿਆਪਕ ਪੁਰਖ ਹੈ। ਗਲਤੀ ਨਹੀਂ ਕਰਨੀ, ਪੁਰਖ ਦੀ ਜਗ੍ਹਾ ਤੇ ਪੁਰਸ਼ ਨਹੀਂ ਪੜਨਾ, ਪੁਰਸ਼ ਮਨੁੱਖ ਬਣ ਜਾਏਗਾ। ਪੁਰਖ ਦਾ ਅਰਥ ਹੈ ਸਰਬ ਵਿਆਪਕ, ਨਿਰਭਉ। ਉਹ ਐਸੀ ਹਸਤੀ ਹੈ ਪਿਆਰਿਓ, ਡਰਦਾ ਕਿਸੇ ਕੋਲੋਂ ਨਹੀਂ। ਹੁਣ ਦੁਨੀਆ ਤੇ ਜਿਹੜਾ ਬੰਦਾ ਕਿਸੇ ਕੋਲੋਂ ਦੁਨਿਆਵੀ ਇਨਸਾਨ ਨਾ ਡਰੇ, ਜ਼ਾਹਰ ਹੈ ਕਿ ਉਹਦੇ ਕੋਲ ਤਾਕਤ ਹੈ। ਤਾਕਤ ਦੇ ਹੁੰਦਿਆਂ ਉਹ ਤੇ ਕਿਸੇ ਤੋਂ ਡਰਦਾ ਨਹੀਂ, ਪਰ ਉਹ ਡਰਾਉਂਦਾ ਜ਼ਰੂਰ ਹੈ ਦੂਜਿਆਂ ਨੂੰ। ਪਰਮਾਤਮਾ ਇਹੋ ਜਿਹਾ ਸ਼ਕਤੀਮਾਨ ਨਿਰੰਕਾਰ, ਉਹ ਡਰਦਾ ਵੀ ਨਹੀਂ ਤੇ ਕਿਸੇ ਨੂੰ ਡਰਾਉਂਦਾ ਵੀ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਵੀ ਨਹੀਂ ਹੈ ਪਿਆਰਿਓ। ਅਕਾਲ ਮੂਰਤ, ਇਹ ਹੁਣ ਦੋਨਾਂ ਨੂੰ ਮਿਲਾਣਾ ਪਏਗਾ ਤਾਂ ਵਿਚਾਰ ਹੋਏਗਾ। ਮੂਰਤ ਦਾ ਅਰਥ ਤਸਵੀਰ ਨਹੀਂ ਹੈ, ਮੂਰਤ ਦਾ ਮਤਲਬ ਹੈ ਗੁਰੂ ਕੇ ਪਿਆਰਿਓ ਸਰੂਪ। ਉਹ ਪਰਮਾਤਮਾ ਦਾ ਜਿਹੜਾ ਸਰੂਪ ਹੈ ਨਾ, ਉਹ ਹੈ ਅਕਾਲ। ਕਾਲ ਦੇ ਨਾਲ ਆ ਅੱਖਰ ਲੱਗਿਆ, ਮਰ ਇੱਕ ਵੰਨਗੀ, ਅਕਾਲ ਮਰ, ਤੇ ਮਰ ਨਾਲ ਐੜਾ ਲਾ ਦੋ ਤਾਂ ਲਕਬ ਬਣ ਜਾਏਗਾ ਅਮਰ। ਮਰ ਦਾ ਅਰਥ ਹੈ ਮੌਤ, ਅਮਰ ਦਾ ਮਤਲਬ ਹੈ ਜੋ ਮਰਦਾ ਨਹੀਂ ਹੈ। ਏਦਾਂ ਹੀ ਕਾਲ ਦਾ ਅਰਥ ਵੀ ਪਿਆਰਿਓ ਮੌਤ ਹੀ ਹੈ। ਪ੍ਰਾਣੀ ਇਉਂ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ। ਕਾਲ ਦਾ ਅਰਥ ਹੈ ਸਮਾਂ, ਕਾਲ ਦਾ ਅਰਥ ਹੈ ਮੌਤ, ਕਾਲ ਦਾ ਅਰਥ ਹੈ ਕਮੀ। ਕਮੀ ਜਦੋਂ ਮੁਨਸਰ ਕਰਦਾ ਸੀ ਵਰਖਾ ਤੇ ਕਿਰਸਾਨ ਦੀ ਕਿਰਸਾਣੀ, ਪ੍ਰਾਚੀਨ ਸਮਾਂ, 2-4 ਸਾਲ ਕਈ ਵਾਰੀ ਬਾਰਿਸ਼ ਹੀ ਨਹੀਂ ਸੀ ਆਉਂਦੀ। ਤੇ ਜਦ ਬਾਰਿਸ਼ ਨਹੀਂ ਹੋਈ, ਜ਼ਾਹਿਰ ਅਨਾਜ ਨਹੀਂ ਹੋਏਗਾ। ਅਨਾਜ ਦੀ ਪੈਦਾਵਾਰ ਨਾ ਹੋਣ ਕਾਰਨ ਇੱਕ ਬੋਲ ਪ੍ਰਸਿੱਧ ਹੋ ਜਾਂਦਾ ਸੀ ਕਿ ਅਨਾਜ ਦਾ ਕੀ ਪੈ ਗਿਆ ਜੀ? ਕਾਲ। ਹੁਣ ਇੱਥੇ ਕਾਲ ਲਫ਼ਜ਼ ਜਿਹੜਾ ਉਹਦਾ ਅਰਥ ਮੌਤ ਨਹੀਂ ਕਰ ਸਕਦੇ ਅਸੀਂ, ਕਾਲ ਦਾ ਅਰਥ ਸਮਾਂ ਵੀ ਨਹੀਂ ਕਰ ਸਕਦੇ, ਕਿਉਂਕਿ ਕਾਲ ਸਮਾਂ ਵੀ ਹੈ, ਕਾਲ ਮੌਤ ਵੀ ਹੈ, ਕਾਲ ਦਾ ਅਰਥ ਕਮੀ ਵੀ ਹੈ। ਇਹ ਜੋ ਅਸੀਂ ਵਿਚਾਰ ਕੀਤੀ, ਕਾਲ ਦਾ ਅਰਥ ਕਮੀ, ਅਨਾਜ ਦੀ ਕਮੀ ਆ ਗਈ। ਤੋ ਗੁਰੂ ਕੇ ਪਿਆਰਿਓ, ਇੱਥੇ ਕਾਲ ਦਾ ਅਰਥ ਮੌਤ ਹੈ, ਨਾਲ ਆ ਲੱਗ ਗਿਆ, ਮਤਲਬ ਕਾਲ ਤੋਂ ਰਹਿਤ ਪਰਮਾਤਮਾ ਨੂੰ, ਉਹਦੇ ਸਵਰੂਪ ਨੂੰ ਕਾਲ ਨਹੀਂ ਵਿਆਪਦਾ। ਉਹ ਕਾਲ ਦੇ ਅਧੀਨ ਕਹਿ ਲਈਏ ਨਹੀਂ ਆਉਂਦਾ, ਉਹਦਾ ਸਵਰੂਪ ਐਸਾ ਹੈ ਅਜੂਨੀ। ਬਾਕੀ ਜਿੰਨੇ ਜੀਵ ਆਪ ਦੇਖ ਰਹੇ ਹੋ ਸਾਰੇ ਆ ਮਨੁੱਖ ਦੀ ਜੂਨ ਵੀ ਜੂਨ ਹੀ ਹੈ। 84 ਲੱਖ ਜੂਨਾਂ ਦੇ ਵਿੱਚੋਂ ਮਨੁੱਖ ਵੀ ਇੱਕ ਜੂਨ ਹੈ।
ਔਰ ਇਸ ਜੋਨ ਦਾ ਜ਼ਿਕਰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਪਿਆਰਿਓ, 84 ਲੱਖ ਭ੍ਰਮੰਤਿਆਂ ਦੁਰਲਭ ਜਨਮ ਅਬ ਪਾਇਓ। ਇਹ ਜਨਮ ਜਿਹੜਾ ਮਿਲਿਆ ਇਹ ਵੀ 84 ਵਿੱਚ ਹੈ, ਪਰ 84 ਨਾਲੋਂ ਇਹਦੇ ਵਿੱਚ ਇੱਕ ਖਾਸੀਅਤ ਜ਼ਰੂਰ ਹੈ, ਕਿਉਂਕਿ ਗੁਰੂ ਸਾਹਿਬਾਂ ਕੋਲੋਂ ਪੁੱਛੀਏ ਖਾਸੀਅਤ ਕੀ ਹੈ ਸਤਿਗੁਰੂ, ਤੇ ਸਤਿਗੁਰੂ ਬਚਨ ਕਰਦੇ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ। ਸਾਰੀਆਂ ਜੋਨਾਂ ਦਾ ਮਨੁੱਖ ਨੂੰ ਪਰਮਾਤਮਾ ਨੇ ਸਰਦਾਰ ਬਣਾ ਦਿੱਤਾ। ਮਨੁੱਖ ਸਰਦਾਰ ਹੈ, ਸ਼੍ਰੋਮਣੀ ਜੋਨ ਹੈ, ਪਰ ਜੋਨ ਤੋਂ ਰਹਿਤ ਨਹੀਂ ਹੈ। ਤੇ ਜੇ ਕਰਨੀ ਕਰਤੂਤ ਸਾਡੀ ਉਹੀ ਰਹੀ ਪੁਰਾਣੇ ਸੰਸਕਾਰਾਂ ਵਾਲੀ, ਜਿਹੜੇ ਜਨਮ ਭੋਗ ਕੇ ਆਏ ਹਾਂ ਅਸੀਂ। ਕਈ ਜਨਮ ਭਏ ਕੀਟ ਪਤੰਗਾ, ਭਏ ਦਾ ਅਰਥ ਹੈ ਜਿਹੜੇ ਬੀਤ ਚੁੱਕੇ ਨੇ, ਇਹ ਉਹਨਾਂ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਕਰਦੇ ਨੇ। ਕਈ ਜਨਮ ਬੀਤ ਗਏ ਨੇ ਪਿੱਛੇ, ਜਿਹੜੇ ਬਿਤਾ ਕੇ ਅਸੀਂ ਆਏ ਹਾਂ। ਤੇ ਜੇ ਉਹੀ ਸੰਸਕਾਰ ਇਕੱਠੇ ਨੇ, ਗੁਰੂ ਦੀ ਸੋਭਤ ਵਿੱਚ ਬੈਠ ਕੇ ਤਬਦੀਲ ਨਹੀਂ ਹੋਏ, ਗੁਰੂ ਦੀ ਮੱਤ ਲੈ ਕੇ, ਕਿਉਂਕਿ ਗੁਰੂਦੇਵ ਨੇ ਤਾਂ ਹੀ ਸਮਝਾਇਆ ਸੀ, ਗੁਰ ਕੀ ਮੱਤ ਤੂੰ ਲੇਹ ਇਆਂ ਨੇ। ਵੈਸੇ ਵੀ ਗੁਰਦੁਆਰੇ ਆਉਣ ਦਾ ਕਾਰਨ ਇਹੀ ਹੈ, ਮੈਨੂੰ ਮਾਫ ਕਰ ਦੇਣਾ। ਗੁਰਦੁਆਰੇ ਹੋਏ ਕਾਹਦੇ ਲਈ ਇਕੱਠੇ ਹੋਏ ਅੱਜ ਅਸੀਂ? ਗੁਰਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਗੁਰੂ ਕੋਲੋਂ ਸੋਝੀ ਲੈਣ ਲਈ ਆਏ ਹਾਂ। ਪਿਆਰਿਓ, ਗੁਰੂ ਨਾਨਕ ਸਾਹਿਬ ਉਹ ਸੋਝੀ ਸਮਝ ਅੱਜ ਬਖਸ਼ਦੇ ਨੇ ਕਿ ਪਰਮਾਤਮਾ ਬਾਰੇ ਜ਼ਿਕਰ ਕੀਤਾ, ਉਹ ਜੋਨਾਂ ਤੋਂ ਰਹਿਤ ਹੈ, ਜਨਮ ਮਰਨ ਵਿੱਚ ਨਹੀਂ ਆਉਂਦਾ। ਸਹਿਭੰਗ, ਸਹਿਭੰਗ ਦਾ ਅਖਰੀ ਅਰਥ ਹੈ ਆਪਣੇ ਆਪ ਤੋਂ ਸੁਭਾਏਮਾਨ ਪ੍ਰਕਾਸ਼ਮਾਨ। ਬੜੀ ਅਜੀਬੋ ਗਰੀਬ ਹੈ ਗੱਲ ਵਿਚਾਰ ਕਿ ਪਰਮਾਤਮਾ ਦੀ ਕੋਈ ਮਾਂ ਨਹੀਂ ਹੈ। ਐਸਾ ਮੈਂ ਨਹੀਂ ਕਹਿ ਰਿਹਾ, ਉਹਦਾ ਪਿਤਾ ਵੀ ਨਹੀਂ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ। ਜਾਪ ਸਾਹਿਬ ਦੇ ਵਿੱਚ ਕਲਗੀਧਰ ਪਿਤਾ ਨੇ ਬਚਨ ਕੀਤੇ, ਨਾ ਤਤ ਹੈ, ਤਾਤ ਪਿਤਾ ਨੂੰ ਕਹਿੰਦੇ, ਨਾ ਮਤ ਹੈ, ਉਹਦੀ ਮਾਂ ਨਹੀਂ ਹੈ ਜਿਹਨੇ ਉਹਨੂੰ ਜਨਮ ਦਿੱਤਾ ਹੋਵੇ, ਪਿਤਾ ਵੀ ਨਹੀਂ ਹੈ। ਨਾ ਜਤ ਹੈ ਨਾ ਪਤ ਹੈ, ਨਿਰਸਾਕੰ ਸ਼ਰੀਕ ਹੈ, ਉਹਦਾ ਕੋਈ ਸਾਕ ਨਹੀਂ, ਉਹਦਾ ਕੋਈ ਸ਼ਰੀਕ ਨਹੀਂ। ਇਸੇ ਲਈ ਗੁਰੂ ਨਾਨਕ ਸਾਹਿਬ ਬਚਨ ਕਰਦੇ, ਉਹ ਸਹਿਭੰ ਆਪਣੇ ਆਪ ਤੋਂ ਸੁਭਾਏਮਾਨ। ਗੁਰੂ ਨਾਨਕ ਸਾਹਿਬ ਆਸਾ ਦੀ ਵਾਰ ਲੱਖਾਂ ਗੁਰਧਾਮਾਂ ਤੇ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ, ਤੇ ਆਰੰਭ ਵਿੱਚ ਹੀ ਬਚਨ ਕਰਦੇ, ਆਪ ਪੀਨੈ ਆਪ ਸਜਿਓ। ਪਰਮਾਤਮਾ ਨੇ ਆਪਣੀ ਸਿਰਜਣਾ ਆਪ ਖੁਦ ਕੀਤੀ ਹੈ, ਉਹਦੀ ਕੋਈ ਮਾਂ ਨਹੀਂ ਹੈ, ਉਹਦਾ ਕੋਈ ਪਿਤਾ ਨਹੀਂ, ਉਹਦਾ ਕੋਈ ਸੰਬੰਧੀ ਨਹੀਂ, ਉਹਦਾ ਕੋਈ ਸ਼ਰੀਕ ਵੀ ਨਹੀਂ। ਉਹ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਤੇ ਉਹ ਜੋਤ ਹੀ ਹੈ। ਕਲਗੀਧਰ ਪਿਤਾ ਮਹਾਰਾਜ ਵੀ ਭਰਮ ਕੱਢਦੇ ਤੇ ਸਿੱਖ ਨੂੰ ਸਮਝਾਉਂਦੇ, ਸਿੱਖਾ ਪਰਮਾਤਮਾ ਦੇਖਣ ਤੇ ਦਿਖਾਉਣ ਵਾਲੀ ਹਸਤੀ ਨਹੀਂ ਹੈ। ਮੇਰੀ ਵੀ ਨਿਮਰਤਾ ਸਹਿਤ ਆਪ ਨੂੰ ਬੇਨਤੀ ਹੱਥ ਜੋੜ ਕੇ, ਜਿਹੜੇ ਲੋਕ ਇਸ ਭਰਮ ਵਿੱਚ ਪਾਉਂਦੇ ਨਾ, ਆ ਤੈਨੂੰ ਰੱਬ ਦੇ ਦਰਸ਼ਨ ਕਰਾ ਦੇਵਾਂ, ਅਸੀਂ ਉਦੋਂ ਗੁਰੂ ਦੇ ਬਚਨ ਚੇਤੇ ਕਰਿਆ ਕਰੀਏ, ਪਰ ਗੁਰੂ ਦੇ ਬਚਨ ਤਾਂ ਯਾਦ ਆਉਣਗੇ ਜੇ ਪੜ੍ਹੇ ਹੋਣਗੇ, ਜਾਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸੁਣੇ ਹੋਣਗੇ। ਕਲਗੀਧਰ ਪਿਤਾ ਵੀ ਹੂ ਬਹੂ ਮੂਲ ਮੰਤਰ ਜੈਸਾ ਹੀ ਭਾਵ ਗਿਆਨ ਬੋਧ ਜਾਪ ਸਾਹਿਬ ਦੇ ਆਰੰਭ ਦੇ ਛੰਦ ਵਿੱਚ ਉਚਾਰਨ ਕਰਦੇ ਨੇ। ਰੋਜ਼ ਸਿੱਖ ਪੜ੍ਹਦਾ, ਚੱਕਰ ਚਿਹਨ ਯਾਰ ਬਰਨ ਜਾਤ ਯਾਰ ਪਾਤ ਨਹਿਨ ਜਿਹ, ਰੂਪ ਰੰਗ ਯਾਰ ਰੇਖ ਭੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ। ਉਹ ਐਸਾ ਸਰੂਪ, ਮੂਰਤ ਦਾ ਅਰਥ ਜੋ ਇੱਥੇ ਹੈ ਉੱਥੇ ਵੀ ਮੂਰਤ ਦਾ ਅਰਥ ਕੀ ਹੈ? ਸਰੂਪ ਪਰਮਾਤਮਾ ਦਾ। ਅਚਲ ਹੈ, ਚਲਾਇਮਾਨ ਨਹੀਂ ਹੈ, ਆਉਣ ਜਾਣ ਵਾਲਾ ਨਹੀਂ ਹੈ, ਮਰਨ ਵਾਲਾ ਨਹੀਂ, ਜੰਮਣ ਵਾਲਾ ਨਹੀਂ, ਉਹਦਾ ਸਰੂਪ। ਫਿਰ ਉਹਨੂੰ ਜੇ ਦੇਖਣਾ ਮਿਲਣਾ ਹੋਵੇ, ਸਹਿਬ ਬਚਨ ਕਰਦੇ ਨੇ, ਉਹਦੇ ਮਿਲਾਪ
ਦਾ ਸਾਧਨ ਇਹ ਹੈ, ਸੁਣ, ਉਹ ਦੇਖਣ ਤੇ ਦਿਖਾਣ ਵਾਲੀ ਹਸਤੀ ਮੂਰਤ ਸਵਰੂਪ ਨਹੀਂ ਹੈ। ਆ ਚੱਲ ਮੂਰਤ ਅਨਭਉ ਪ੍ਰਕਾਸ਼, ਉਹ ਹੈ ਪ੍ਰਕਾਸ਼ ਜਿਹਨੂੰ ਕੇਵਲ ਅਸੀਂ ਅਨੁਭਵ ਕਰਨਾ। ਅਨੁਭਵ ਦਾ ਮਤਲਬ ਹੁੰਦਾ ਮਹਿਸੂਸ ਕਰਨਾ। ਬੈਠਿਆਂ ਬੈਠਿਆਂ ਮਹਿਸੂਸ ਕਰਦੇ ਹਾਂ ਭਈ ਅੰਧੇਰਾ, ਤੇ ਫਿਰ ਚਾਹ ਹੁੰਦੀ ਏ ਜੇ ਅੰਧੇਰੇ ਨੂੰ ਦੂਰ ਕਰਨਾ ਤੇ ਪ੍ਰਕਾਸ਼ ਲਈ ਬੱਤੀ ਜਗਾ ਲਓ। ਮਹਿਸੂਸ ਕਰਦੇ ਹਾਂ ਨਾ ਅੰਧੇਰੇ ਨੂੰ, ਮਹਿਸੂਸ ਕਰਦੇ ਹਾਂ ਪ੍ਰਕਾਸ਼ ਨੂੰ, ਮਹਿਸੂਸ ਕਰਦੇ ਹਾਂ ਠੰਡ ਹੈ, ਮਹਿਸੂਸ ਕਰਦੇ ਹਾਂ ਗਰਮੀ ਹੈ। ਠੰਡ ਮਹਿਸੂਸ ਕਰਦੇ ਹਾਂ, ਕੱਪੜੇ ਪਹਿਨ ਲੈਂਦੇ ਹਾਂ, ਗਰਮੀ ਮਹਿਸੂਸ ਕਰਦੇ ਹਾਂ ਤੇ ਕੱਪੜੇ ਉਤਾਰ ਦਿੰਦੇ ਹਾਂ। ਅਨੁਭਵ ਕੀਤਾ, ਮਹਿਸੂਸ ਕੀਤਾ। ਪਰਮਾਤਮਾ ਵੀ ਪ੍ਰਕਾਸ਼ ਹੈ ਗੁਰੂ ਕੇ ਪਿਆਰਿਓ, ਨੂੰ ਅਨੁਭਵ ਕਰਨਾ, ਮਹਿਸੂਸ ਕਰਨਾ ਕਿ ਉਹ ਸਦਾ ਅੰਗ ਸੰਗੇ, ਮੇਰੇ ਅੰਗ ਸੰਗੀ ਹੈ, ਕੋਈ ਦੂਰ ਨਹੀਂ ਹੈ। ਸਤਿਗੁਰੂ ਸਮਝਾ ਰਹੇ, ਪਰ ਉਹ ਐਸੀ ਹਸਤੀ ਹੈ ਕਿ ਉਹਨੇ ਆਪਣੀ ਸਿਰਜਣਾ ਆਪ ਕੀਤੀ ਸੈਭੰ, ਜਿਹਦਾ ਇਹ ਰੂਪ ਹੈ। ਇੱਕ ਵਾਰੀ ਮੈਂ ਸੰਖੇਪ ਬੇਨਤੀ ਕਰਾਂ, ਜੋ ਪਰਮਾਤਮਾ ਇੱਕ ਹੈ, ਸਤਿ-ਚਿਤ ਆਨੰਦ ਸਰੂਪ ਹੈ, ਜਿਹਦਾ ਨਾਮ ਹੋਂਦ ਵਾਲਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸਾਰਿਆਂ ਵਿੱਚ ਹੀ ਵਿਆਪਕ ਹੈ, ਜੋ ਕਿਸੇ ਕੋਲੋਂ ਡਰਦਾ ਨਹੀਂ, ਨਿਰਭਉ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ, ਜਿਹਦਾ ਸਵਰੂਪ, ਜਿਹਦੀ ਮੂਰਤ ਜਿਹੜੀ ਸਵਰੂਪ ਹੈ ਅਕਾਲ ਹੈ, ਕਾਲ ਤੋਂ ਰਹਿਤ ਹੈ, ਜੰਮਣ ਮਰਨ ਵਿੱਚ ਨਹੀਂ ਆਉਂਦਾ, ਜੋ ਜੋਨਾ ਤੋਂ ਰਹਿਤ ਹੈ, ਜਿਸ ਨੇ ਆਪਣੀ ਸਿਰਜਣਾ ਆਪ ਕੀਤੀ ਏ। ਇਹੋ ਜੇ ਪਰਮਾਤਮਾ ਦਾ ਮਿਲਾਪ ਕਿਵੇਂ ਹੋਵੇ? ਇਹ ਗੁਣ ਨੇ ਜਿਹਦੀਆਂ ਇਹ ਨਿਸ਼ਾਨੀਆਂ ਦਸੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਉਹਦੀ ਪ੍ਰਾਪਤੀ ਤੇ ਸਤਿਗੁਰਾਂ ਨੇ ਬਚਨ ਕੀਤਾ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਇਹੋ ਜੇ ਇੱਕ ਓੰਕਾਰ ਨਿਰੰਕਾਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ। ਗੁਰੂ ਤੋਂ ਬਿਨਾ ਪ੍ਰਾਪਤੀ ਨਹੀਂ ਹੈ ਐਸੇ ਗੁਣਾਂ ਵਾਲੇ ਨਿਰੰਕਾਰ ਦੀ। ਐਸੀ ਮੂਲ ਮੰਤਰ ਗੁਰੂ ਪਿਆਰਿਓ, ਸ਼ਬਦ ਦਾ ਆਰੰਭ ਕਰੀਏ, ਜੋ ਸ਼ਬਦ ਦਾ ਕੇਂਦਰੀ ਮਰਕਜ਼ੀ ਭਾਵ ਹੈ। ਜਿੰਨਾ ਚਿਰ ਸ਼ਬਦ ਦਾ ਮੁੱਖ ਭਾਵ ਸਮਝ ਨਹੀਂ ਨਾ ਆਉਂਦਾ, ਉਨੇ ਚਿਰ ਸ਼ਬਦ ਨੂੰ ਸਮਝਣਾ, ਜਾਣਨਾ, ਵਿਚਾਰਨਾ ਬਹੁਤ ਕਠਿਨ ਹੁੰਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਅਸੀਂ ਸ਼ਬਦ ਨੂੰ ਵਿਚਾਰਦਿਆਂ ਹੋਇਆਂ ਅਰਥ ਦਾ ਅਨਰਥ ਵੀ ਕਰਦੇ ਹਾਂ, ਤੇ ਅੱਜ ਤੱਕ ਇਹ ਸਾਡੀ ਸਮਝ ਵਿੱਚ ਵੀ ਤਾਈਓ ਹੀ ਨਹੀਂ ਆਇਆ, ਕਿਉਂਕਿ ਇਹ ਸਲੀਕਾ, ਇਹ ਜਿਹੜਾ ਢੰਗ ਹੈ ਨਾ, ਗੁਰੂ ਪੰਥ ਦੇ ਮਹਾਨ ਵਿਦਵਾਨਾਂ ਨੇ ਜਗਤ ਸਾਹਮਣੇ ਰੱਖਿਆ ਕਿ ਸ਼ਬਦ ਨੂੰ ਸਮਝਣ ਲਈ, ਜਾਣਨ ਲਈ, ਵਿਚਾਰਨ ਲਈ ਸ਼ਬਦ ਦਾ ਦੇਖੋ ਧਿਆਨ ਨਾਲ, ਬਾਰ-ਬਾਰ ਸ਼ਬਦ ਨੂੰ ਪੜ੍ਹ ਕੇ ਕਿ ਇਹਦਾ ਮਰਕਜ਼ੀ ਕੇਂਦਰੀ ਭਾਵ ਕੀ ਹੈ, ਇਹਦਾ ਮੁੱਖ ਭਾਵ ਕੀ ਹੈ। ਮੁੱਖ ਭਾਵ ਹੈ ਗੁਰੂ ਕੇ ਪਿਆਰਿਓ, ਧਿਆਨ ਦੇਣਾ, ਜਪੋ ਤਾਂ ਏਕੋ ਨਾਮਾ, ਜਿਹਦਾ ਮਤਲਬ ਹੈ ਇਨਸਾਨ, ਤੈਨੂੰ ਇਹ ਇਨਸਾਨੀਅਤ ਦਾ ਜਾਮਾ ਮਿਲਿਆ, ਬੜੇ ਜ਼ਿੰਦਗੀ ਵਿੱਚ ਤੂੰ ਕੰਮ ਕੀਤੇ ਹੋਣਗੇ ਤੇ ਦਾਅਵਾ ਵੀ ਤੂੰ ਕਰਦਾ ਕਿ ਮੈਂ ਬਹੁਤ ਕੰਮ ਕੀਤੇ ਨੇ, ਕਿਉਂਕਿ ਮਨੁੱਖ ਜਿਹੜਾ ਅਕਸਰ ਆਖਦਾ ਨਾ ਇਹ ਗੱਲਾਂ ਕਿ ਮੈਂ ਕੀਤਾ, ਅੱਗੇ ਹੋਰ ਕਹਿੰਦਾ ਉਹ ਮੈਂ ਕਰਾਂਗਾ, ਤੇ ਇੱਕ ਹੋਰ ਵਿਚਕਾਰ ਬੋਲ ਕਹਿੰਦਾ ਮੈਂ ਕਰ ਰਿਹਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਉਚਾਰਨ ਕੀਤੇ, ਕਿਸੇ ਸਿਆਸੀ ਬੰਦੇ ਦੇ ਬੋਲ ਲੱਗਦੇ ਜਦੋਂ ਕਹਿੰਦਾ ਮੈਂ ਇਹ ਕੁਝ ਕੀਤਾ, ਮੈਂ ਇਹ ਕੁਝ ਕਰ ਰਿਹਾ, ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਦਾ ਰਹਾਂਗਾ, ਕਰਾਂਗਾ। ਇਹ ਕਿਸੇ ਗੁਰਮੁਖ ਦੇ ਬਚਨ ਨਹੀਂ ਹੋ ਸਕਦੇ, ਕਿਸੇ ਸਾਧਕ ਦੇ, ਕਿਸੇ ਧੀਰਜ ਵਾਲੇ, ਕਿਸੇ ਤ੍ਰਿਪਤੀ ਬੰਦੇ ਦੇ ਨਹੀਂ ਹੋ ਸਕਦੇ, ਕਿਸੇ ਸਿਆਸੀ ਦੇ ਹੀ ਹੋ ਸਕਦੇ, ਕੁੜਿਆਰ ਦੇ ਹੋ ਸਕਦੇ। ਉਹੀ ਕਹਿੰਦਾ, ਤੇ ਸਤਿਗੁਰਾਂ ਨੇ ਇਹਨੂੰ ਬਾਣੀ ਦਾ ਵੀ ਰੂਪ ਦਿੱਤਾ ਇਸ ਵਿਚਾਰ ਨੂੰ, ਹਮ ਕੀਆ, ਮੈਂ ਕੀਤਾ, ਹਮ ਕਰਾਂਗੇ, ਆਉਣ ਵਾਲੇ ਸਮੇਂ ਵਿੱਚ ਵੀ ਮੈਂ ਕਰਾਂਗਾ। ਕਿਉਂਕਿ ਗੁਰਮੁਖ ਕੁਝ ਹੋਰ ਕਹਿੰਦਾ ਪਿਆਰਿਓ, ਇਹਦੇ ਜਦੋਂ ਇਹ ਕਹਿਣਾ ਹੋਵੇ ਤੇ ਗੁਰਮੁਖ ਕੀ ਕਹਿੰਦਾ, ਸਾਧਕ ਬੰਦਾ ਕੀ ਕਹਿੰਦਾ, ਭਲਾ ਪੁਰਸ਼ ਕੀ ਕਹੇਗਾ, ਗੁਰਸਿੱਖ ਕੀ ਕਹੇਗਾ,
ਜੇ ਇਹੀ ਵਿਚਾਰ ਕਹਿਣੀ ਹੋਵੇ। ਕਰਕੇ ਵੀ ਗੁਰਸਿੱਖ ਕਹਿੰਦਾ ਨਾ ਹਮ ਕੀਆ, ਨਾ ਹਮ, ਮੈਂ ਕੁਝ ਨਹੀਂ ਕੀਤਾ, ਨਾ ਹਮ ਕੀਆ, ਅੱਗੇ ਨਾ ਕਰਾਂਗੇ। ਮੈਨੂੰ ਕੋਈ ਉਮੀਦ ਨਹੀਂ ਆਪਣੇ ਆਪ ਤੋਂ ਕਿ ਮੈਂ ਕੁਝ ਕਰ ਸਕਾਂ ਜਾਂ ਮੈਂ ਕੁਝ ਕਰ ਸਕਦਾ। ਨਾ ਹਮ ਕੀਆ, ਨਾ ਕਰਾਂਗੇ ਤੇ ਨਾ ਕਰ ਸਕੈ ਸਰੀਰ। ਫਿਰ ਆਮ ਦੁਨੀਆ ਅਜੇ ਵੀ ਨਹੀਂ ਸਮਝੇਗੀ ਕਿ ਇਹ ਕੀ ਗੱਲ ਹੋਈ। ਕਰਕੇ ਵੀ ਕਹਿੰਦੇ ਕੀਤਾ ਨਹੀਂ, ਮੈਂ ਨਹੀਂ ਕਰ ਸਕਦਾ। ਬਾਬਾ ਕਬੀਰ ਜੀ ਕਹਿੰਦੇ ਇਹਨੂੰ ਸਮਝਣ ਦੇ ਲਈ ਇਸ ਅਵਸਥਾ ਦਾ ਹੋਣਾ ਜ਼ਰੂਰੀ ਹੈ। ਆਮ ਬੰਦੇ ਦੀ ਅਵਸਥਾ ਐਸੀ ਨਹੀਂ ਹੈ, ਤੇ ਗੁਰਸਿੱਖ ਦੀ ਤੇ ਅਵਸਥਾ ਹੋਣੀ ਚਾਹੀਦੀ, ਕਿਉਂਕਿ ਉਹਦੇ ਕੋਲ ਤੇ ਬਾਣੀ ਹੈ। ਬਾਣੀ ਦੇ ਮੁਤਾਬਕ ਜੀਵਨ ਜੀਵੇਗਾ ਤੇ ਉਹਦੀ ਅਵਸਥਾ ਐਸੀ ਹੋਣੀ ਚਾਹੀਦੀ। ਉਹ ਕਰਕੇ ਵੀ ਕਹੇ ਨਾ ਹਮ ਕੀਆ, ਨਾ ਕਰਾਂਗੇ ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ। ਬਾਬਾ ਜੀ ਕਹਿੰਦੇ ਮੈਂ ਕੁਝ ਨਹੀਂ ਕੀਤਾ ਭਾਈ, ਜੋ ਕੀਤਾ ਰੱਬ ਨੇ ਕੀਤਾ, ਪਰਮਾਤਮਾ ਨੇ ਕੀਤਾ। ਉਹ ਮੇਰੇ ਅੰਦਰ ਬੈਠਾ ਮੈਨੂੰ ਜਿੱਦਾਂ ਪ੍ਰੇਰਦਾ ਮੈਂ ਕਰੀ ਜਾ ਰਿਹਾ। ਕਰ ਮੈਂ ਨਹੀਂ ਰਿਹਾ, ਮੇਰੇ ਕੋਲੋਂ ਉਹ ਕਰਵਾ ਰਿਹਾ। ਬਸ ਇੰਨਾ ਹੀ ਫਰਕ। ਬੰਦਾ ਕਰਕੇ ਕਹਿੰਦਾ ਮੈਂ ਕੀਤਾ, ਧਰਮੀ ਪੁਰਸ਼ ਕਹਿੰਦਾ ਮੈਂ ਨਹੀਂ ਜੇ ਕੀਤਾ, ਮੈਂ ਨਹੀਂ ਕਰ ਸਕਦਾ। ਅੱਜ ਗੁਰੂਦੇਵ ਸਮਝਾਉਂਦੇ ਜਪੋ, ਇੱਕੋ ਹੀ ਕੰਮ ਕਰੋ। ਇੱਕੋ ਕੰਮ ਦਾ ਮਤਲਬ ਇਹ ਨਹੀਂ ਕਿ ਘਰ ਦੇ ਕੰਮ ਕਾਜ ਛੱਡ ਦਿਓ। ਦੂਜਾ ਪੱਖ ਇਹ ਵੀ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਪਿਆਰਿਓ, ਸਤਿਗੁਰੂ ਜਿੱਥੇ ਵੀ ਗਏ ਉਹਨਾਂ ਨੇ ਇਹੀ ਪਹਿਲਾ ਬਚਨ ਕੀਤਾ, ਕਿਰਤ ਕਰੋ। ਪਹਿਲਾਂ ਗੁਰੂ ਨਾਨਕ ਸਾਹਿਬ ਇਹ ਉਪਦੇਸ਼ ਨਹੀਂ ਕਰਦੇ ਨਾਮ ਜਪੋ ਬਾਈ, ਨਾਮ ਜਪੋ। ਸਤਿਗੁਰੂ ਪਹਿਲਾ ਬਚਨ ਕਰਦੇ ਕਿਰਤ ਕਰੋ। ਆਪਨੇ ਕਦੀ ਸੋਚਿਆ ਗੁਰੂ ਨਾਨਕ ਸਾਹਿਬ ਜਿੱਥੇ ਵੀ ਜਾਂਦੇ ਪਹਿਲਾ ਬਚਨ ਇਹ ਕਿਉਂ ਕਰਦੇ, ਕਿਰਤ ਕਰੋ ਭਾਈ। ਕਿਰਤ ਕਿਉਂ ਜ਼ਰੂਰੀ ਹੈ? ਫਿਰ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਜਿਹੜਾ ਧਰਮ ਹੈ ਨਾ, ਸਿੱਖ ਧਰਮ ਜਿਹੜਾ ਗੁਰੂ ਨਾਨਕ ਨੇ ਚਲਾਇਆ, ਹਮੇਸ਼ਾ ਯਾਦ ਰੱਖਣਾ ਇਹ ਕਿਰਤੀਆਂ ਦਾ ਪੰਥ ਹੈ ਜੀ। ਇੱਕ ਵਾਰੀ ਸਾਰੇ ਉਚਾਰਨ ਕਰੋ, ਇਹ ਕਿਹਨਾਂ ਦਾ ਪੰਥ ਹੈ ਜੀ? ਕਿਰਤੀਆਂ ਦਾ। ਇਹ ਪੰਥ ਵੇਲੜਾਂ ਦਾ ਨਹੀਂ ਹੈ। ਇੱਕ ਹੋਰ ਹੈ ਨਾਲ, ਇਹ ਇਕੱਲਾ ਕਿਰਤੀਆਂ ਦਾ ਨਹੀਂ। ਇਹ ਪੰਥ ਜਿਹੜਾ ਕਿਰਤੀਆਂ ਤੇ ਗ੍ਰਸਤੀਆਂ ਦਾ, ਇਹ ਪੰਥ ਕਿਰਤੀਆਂ ਦਾ ਤੇ ਗ੍ਰਸਤੀਆਂ ਦਾ। ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹ ਕੇ ਦੇਖੋ, ਇਹੀ ਤੱਤ ਮਿਲਦਾ ਕਿ ਜਿਹੜਾ ਪੰਥ ਗੁਰੂ ਨਾਨਕ ਨੇ ਚਲਾਇਆ ਸੀ ਨਾ, ਇਹ ਕਿਰਤੀਆਂ ਦਾ ਸੀ। ਇਸ ਲਈ ਜਿੱਥੇ ਵੀ ਜਾਂਦੇ ਇਹ ਗੱਲ ਜ਼ੋਰ ਦੇ ਕੇ ਕਹਿੰਦੇ ਭਾਈ ਕਿਰਤ ਕਰੋ। ਇਹਨੂੰ ਮੈਂ ਕੁਝ ਖੋਲ੍ਹਣਾ ਚਾਹੁੰਦਾ। ਜਿੱਥੇ ਵੀ ਜਾਈਏ ਜੋ ਬੰਦਾ ਵਿਚਾਰ ਕਰਦਾ ਹੈ ਨਾ, ਤੇ ਜੇ ਨਾਮ ਜਪਣ ਦੀ ਜਿਵੇਂ ਗੱਲ ਹੈ, ਜਪੋ ਤਾਂ ਇੱਕੋ ਨਾਮ ਜਪਣ ਦੀ ਗੱਲ ਆਈ ਹੈ। ਕਈ ਸੱਜਣ ਕਹਿਣਗੇ ਕਿ ਭਾਈ ਸਾਹਿਬ ਨਾਮ ਜਪਣਾ ਕਿਵੇਂ ਹੈ? ਬਹੁਤ ਕਹਿਣਗੇ। ਫਿਰ ਜੇ ਤੇ ਕੋਈ ਭਰਮ ਵਿੱਚ ਪਾਉਣ ਵਾਲਾ ਭਾਈ ਸਾਹਿਬ ਹੋਇਆ ਤੇ ਉਹਨੇ ਦੱਸ ਦੇਣਾ ਭਈ ਐਦਾਂ ਨਹੀਂ, ਐਦਾਂ ਜਪੋ। ਨਾਮ ਸਿਮਰਨਾ, ਸਿਮਰਨ ਸੰਸਕ੍ਰਿਤ ਦਾ ਲਫ਼ਜ਼ ਜੀ, ਚੇਤੇ ਕਰਨਾ। ਬੈਠਿਆਂ ਬੈਠਿਆਂ ਸਾਨੂੰ ਆਪਣੇ ਦੇਸ਼ ਮਾਤਾ ਤੇ ਮਾਂ ਦੀ ਯਾਦ ਆਉਂਦੀ ਹੈ। ਕਦੀ ਸੱਜਣ ਮਿੱਤਰ ਰਿਸ਼ਤੇਦਾਰ ਨੂੰ ਕਿਹਾ ਬਈ ਤੈਨੂੰ ਮਾਂ ਯਾਦ ਆਉਂਦੀ ਹੈ? ਮੈਨੂੰ ਤੇ ਆਉਂਦੀ ਨੇ, ਮੈਨੂੰ ਵੀ ਦੱਸ ਮਾਂ ਨੂੰ ਚੇਤੇ ਕਿਵੇਂ ਕਰੀਦਾ? ਆਪ ਨੂੰ ਜਵਾਬ ਮਿਲ ਗਿਆ ਕਿ ਨਾਮ ਸਿਮਰਨ ਦੀ ਜਿਹੜੀ ਜੁਗਤੀ ਪੁੱਛਦੇ ਫਿਰਦੇ ਆ ਨਾ, ਉਹ ਐਨੀ ਹੀ ਅਰਥਹੀਨ ਹੈ। ਗੁਰੂ ਕੇ ਪਿਆਰਿਓ, ਜਿਵੇਂ ਕਦੇ ਕੋਈ ਨਹੀਂ ਪੁੱਛਦਾ ਕਿ ਪਦਾਰਥ ਖਾਣਾ ਕਿਵੇਂ ਚੁੱਕ ਕੇ ਖਾ ਲੈਂਦੇ ਆ। ਸਿਮਰਨ ਕਰਨ ਬਾਰੇ ਕਿਉਂ ਪੁੱਛਦੇ ਆ ਕਿ ਸਿਮਰਨ ਕਰਨਾ ਕਿਵੇਂ ਆ? ਵੈਸੇ ਬਾਣੀ ਦੇ ਵਿੱਚ ਇਹ ਜੁਗਤਾਂ ਸਾਰੀਆਂ ਦਸੀਆਂ, ਸਾਰੇ ਸਵਾਲਾਂ ਦਾ ਜਵਾਬ ਹੈ।
ਪਰ ਇਹ ਜਵਾਬ ਢੂੰਡਣ ਲਈ ਤੇ ਬੜੀ ਮਿਹਨਤ ਕਰਨੀ ਹੋਵੇਗੀ ਨਾ। ਬਾਣੀ ਪੜ੍ਹਨੀ ਹੋਵੇਗੀ ਗੁਰੂ ਦੀ ਗੋਦ ਵਿੱਚ ਬੈਠ ਕੇ, ਤਾਈਓ ਹਰ ਸਵਾਲ ਦਾ ਜਵਾਬ ਮਿਲੇਗਾ। ਇੱਕ ਸ਼ਬਦ ਨਹੀਂ ਹੈ ਜਿਹੜਾ ਪੜ੍ਹ ਲਿਆ ਤੇ ਸਭ ਜਵਾਬ ਮਿਲ ਜਾਣਗੇ। ਜੋ ਵੀ ਤੇਰੇ ਜ਼ਿੰਦਗੀ ਹਯਾਤੀ ਦਾ ਸਵਾਲ ਹੈ ਉਹਦਾ ਉੱਤਰ ਸਤਿਗੁਰੂ ਦੇਵਨਗੇ, ਪਰ ਬਾਣੀ ਵਿੱਚ ਜ਼ਰੂਰ ਹੈ। ਦੇਖੋ ਮਸਲਨ ਨਾਮ ਕਿਵੇਂ ਜਪਣਾ ਹੈ, ਗੁਰੂ ਹੀ ਦੱਸੇਗਾ, ਬਾਣੀ ਹੀ ਦੱਸੇਗੀ ਨਾਮ ਕਿਵੇਂ ਜਪਣਾ ਹੈ। ਰਾਮ ਜਪੋ ਜੀ ਐਸੇ ਐਸੇ, ਬਾਣੀ ਨੇ ਦੱਸ ਦਿੱਤਾ ਭਾਈ ਜਪਣਾ। ਜੇ ਤੂੰ ਜਪਣ ਦੀ ਇੱਛਾ ਕਾਮਨਾ ਰੱਖਦਾ ਤੇ ਇਦਾਂ ਜਪ। ਕਿਵੇਂ ਜਪ? ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਧਰੂ ਤੇ ਪ੍ਰਹਿਲਾਦ ਦੋਨੇ ਸਤਯੁਗ ਵਿੱਚ ਹੋਏ ਨੇ। ਲੋਕ ਕਹਿੰਦੇ ਰਾਮ ਜਪਣ ਦੀ ਗੱਲ, ਰਾਮ ਜਿਹੜਾ ਜਪਣ ਦੀ ਗੱਲ ਲੋਕ ਕਰਦੇ ਹੋ ਰਾਮ ਤ੍ਰੇਤੇ ਯੁੱਗ ਵਿੱਚ ਹੋਇਆ। ਇਹ ਦੋਨੇ ਭਗਤ ਸਤਯੁਗ ਵਿੱਚ ਹੋਏ ਜਿਨ੍ਹਾਂ ਨੇ ਰਾਮ ਨੂੰ ਜਪਿਆ। ਇੱਥੇ ਰਾਮ ਲਕਬ ਸ੍ਰੀ ਦਸ਼ਰਥ ਦੇ ਬੇਟੇ ਰਾਮ ਵਾਸਤੇ ਨਹੀਂ ਹੈ, ਇੱਥੇ ਰਾਮ ਪਰਮਾਤਮਾ ਲਈ ਹੈ, ਪਰਮ ਈਸ਼ਵਰ ਲਈ ਹੈ। ਤੇ ਜਿਵੇਂ ਧਰੂ ਨੇ ਤੇ ਪ੍ਰਹਿਲਾਦ ਇਹ ਦੋਨੇ ਰਾਜਿਆਂ ਦੇ ਪੁੱਤਰ ਸਨ। ਬਚਪਨ ਵਿੱਚ ਸੋਝੀ ਆ ਗਈ ਕਿ ਨਾਮ ਜਪਣ ਤੋਂ ਬਿਨਾਂ ਗੱਲ ਨਹੀਂ ਬਣਦੀ। ਟੁੱਕ ਮਾਤਰ ਮੈਂ ਦੱਸ ਦੇਵਾਂ। ਧਰੂ ਹੱਸਦਾ ਆਪਣੇ ਸਖੀਆਂ ਨਾਲ ਮਿੱਤਰਾਂ ਨਾਲ ਘਰ ਆ ਗਿਆ, ਆਪਣੇ ਪਿਓ ਦੀ ਗੋਦ ਵਿੱਚ ਬਹਿ ਗਿਆ। ਭਾਈ ਗੁਰਦਾਸ ਜੀ ਬਾਣੀ ਵਿੱਚ ਕਹਿ ਰਹੇ, ਬਾਣੀ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਸਾਨੂੰ ਪਹਿਲਾਂ ਹੀ ਕਹਾਣੀਆਂ ਨਾਲ ਬਹੁਤ ਜੋੜ ਦਿੱਤਾ ਗਿਆ। ਅਸੀਂ ਬਾਣੀ ਤੋਂ ਬੜੇ ਦੂਰ ਚਲੇ ਗਏ। ਇਹੀ ਕਾਰਨ ਹੈ ਅੱਜ ਸਾਡੇ ਵਿੱਚ ਤੇ ਸਾਡੇ ਪੰਥ ਵਿੱਚ ਕਈ ਮਸਲਿਆਂ ਨੂੰ ਲੈ ਕੇ ਦੁਬਦਾ ਹੀ ਦੁਬਦਾ ਨਜ਼ਰ ਆ ਰਹੀ ਹੈ। ਜੇ ਕਿਤੇ ਬਾਣੀ ਨਾਲ ਜੁੜ ਜਾਈਏ ਨਾ ਤੇ ਸਾਰੀ ਦੁਬਦਾ ਖਤਮ ਹੋ ਜਾਏਗੀ, ਖਤਮ ਹੋ ਜਾਏਗੀ। ਖੈਰ ਗੁਰੂ ਕੇ ਪਿਆਰਿਓ, ਜਦੋਂ ਉਹ ਗੋਦ ਵਿੱਚ ਬਹਿ ਗਿਆ, ਮਤਈ ਮਾਂ ਨੇ ਦੇਖਿਆ, ਉਹਨੇ ਬਾਂਹ ਤੋਂ ਪਕੜ ਕੇ ਨਾ ਉਠਾਲ ਦਿੱਤਾ। ਕੁਛ ਨਹੀਂ ਬੋਲਿਆ। ਧਰੂ ਜਾ ਕੇ ਆਪਣੀ ਮਾਂ ਨੂੰ ਪੁੱਛਦਾ, ਮਾਂ ਤੂੰ ਰਾਣੀ ਏ ਕਿ ਗੋਲੀ ਇਸ ਮਹਿਲ ਵਿੱਚ? ਮਾਂ ਨੇ ਭਾਈ ਸਾਹਿਬ ਕਹਿੰਦੇ ਬੜਾ ਵਧੀਆ ਸੁੰਦਰ ਉੱਚ ਪਾਏ ਦਾ ਜਵਾਬ ਆਪਣੇ ਬੱਚੇ ਨੂੰ ਦਿੱਤਾ। ਵਰਨਾ ਬਚਪਨ ਵਿੱਚ ਘਿਣ ਪੈਦਾ ਕਰ ਦਿੰਦੀ ਤੇ ਉਹ ਕਿੱਥੇ ਪਹੁੰਚ ਜਾਣੀ ਸੀ ਨਫ਼ਰਤ। ਕਹਿਣ ਲੱਗੀ, ਬੇਟਾ ਦਰਅਸਲ ਇਹ ਮੇਰਾ ਹਾਲਤ ਹੈ ਤੇ ਮੈਂ ਇੱਕ ਰਾਜੇ ਦੀ ਬੇਟੀ, ਰਾਜੇ ਦੀ ਪਤਨੀ ਆ, ਪਟਰਾਣੀ ਵੀ ਆ, ਹੈ ਤੇ ਰਾਣੀ ਆ ਮੈਂ, ਪਰ ਮੈਂ ਭਗਤੀ ਨਹੀਂ ਕੀਤੀ, ਮੇਰਾ ਇਹ ਹਾਲ ਤਾਂ ਹੋ ਰਿਹਾ। ਇਹ ਮੇਰੀ ਹਾਲਤ ਕਿਉਂ ਹੋ ਰਹੀ ਹੈ? ਕਿਉਂਕਿ ਮੈਂ ਨਾਮ ਨਹੀਂ ਜਪਿਆ। ਉਹ ਬਸ ਦਿਮਾਗ ਦੇ ਵਿੱਚ ਗੱਲ ਬਹਿ ਗਈ ਧਰੂ ਦੇ ਕੇ ਨਾਮ ਜਪਣ ਨਾਲ ਇੱਜ਼ਤ ਮਿਲਦੀ ਹੈ। ਇਹ ਮੈਂ ਵੀ ਨਹੀਂ ਕਹਿ ਰਿਹਾ, ਗੁਰੂ ਨਾਨਕ ਸਾਹਿਬ ਕੋਲ ਪੁੱਛ ਲਓ। ਗੁਰੂ ਨਾਨਕ ਸਾਹਿਬ ਵੀ ਗਵਾਹੀ ਭਰਨਗੇ ਕਿ ਨਾਏ ਮੰਨਿਆ, ਨਾਮ ਮੰਨੋ, ਨਾਮ ਸਿਮਰੋ, ਨਾਮ ਜਪੋ। ਕੀ ਹੋਏਗਾ? ਪਤ ਉਪਜੈ, ਇੱਜ਼ਤ। ਪਤ ਦਾ ਅਰਥ ਹੈ ਇੱਜ਼ਤ ਪੈਦਾ ਹੋਏਗੀ ਦੁਨੀਆ ਸਮਾਜ ਦੇ ਵਿੱਚ। ਕਿੱਥੋਂ? ਕਦੋਂ? ਜਦੋਂ ਤੁਸੀਂ ਨਾਮ ਜਪੋਗੇ। ਨਾਮ ਤੋ ਗੁਰੂ ਕੇ ਪਿਆਰੋ, ਆਓ ਸੰਖੇਪ ਕਰਾਂ। ਇਹ ਮਜ਼ਮੂਨ ਐਸਾ ਹੈ ਕਿ ਸਾਰੇ ਹਰ ਸ਼ਬਦ ਅੰਦਰ ਹੀ ਨਾਮ ਦੀ ਗੱਲ ਹੈ। ਇਸ ਲਈ ਇਹ ਵਿਚਾਰ ਜਿੰਨੀ ਚਾਹੋ ਤੁਸੀਂ 1 ਮਹੀਨਾ, 2 ਮਹੀਨੇ, 4 ਮਹੀਨੇ, ਇੱਦਾਂ ਵੀ ਹੋ ਸਕਦਾ ਕਹਿਣ ਵਾਲੇ ਕੋਲੋਂ ਲਕਬ ਬੋਲ ਮੁੱਕ ਜਾਣਗੇ, ਸਮਾਂ ਮਿਥਿਆ ਸਮਾਪਤ ਹੋ ਜਾਏਗਾ, ਪਰ ਇਹ ਨਾਮ ਦੀ ਵਿਆਖਿਆ ਕਦੇ ਖਤਮ ਨਹੀਂ ਹੁੰਦੀ। ਕਿਉਂਕਿ ਕਥਨਾ ਕਥੀ ਨਾ ਆਵੈ, ਇਹ ਅਸੀਂ ਸਾਰੇ ਹੀ ਜਾਣਦੇ ਹਾਂ। ਕਥ ਕਥ ਕਥੀ, ਕੋਟੀ ਕਰੋੜਾਂ ਹੀ ਕਥ ਕਥ ਕੇ ਚਲੇ ਗਏ, ਕੋਈ ਵੀ ਨਹੀਂ ਪੂਰਾ ਇਹਨੂੰ ਕਥਨ ਕਰ ਸਕਿਆ। ਖੈਰ ਸਮਾਂ ਸੀਮਤ ਹੈ, ਰਹਿੰਦੇ ਸਮੇਂ ਵਿੱਚ ਆਓ ਸ਼ਬਦ ਨੂੰ ਵਿਚਾਰੀਏ। ਜਪੋ ਤਾਂ ਏਕੋ, ਉਚਾਰਨ ਕਰੋ ਸਾਧ ਸੰਗਤ ਜੀ, ਸਭ ਨੂੰ ਜਿਨ੍ਹਾਂ ਨੂੰ ਯਾਦ ਹੈ ਹਾਜ਼ਰੀ ਲਵਾਓ। ਜਪੋ ਤਾਂ ਏਕੋ। ਜ਼ਿੰਦਗੀ ਵਿੱਚ ਦੂਜੀ ਕਿਰਤ ਵੀ ਕਰਨੀ ਹੈ ਜਿਹਦੇ ਨਾਲ ਪਰਿਵਾਰ ਦੀ ਆਪਣੀ ਉਪਜੀਵਕਾ ਹੈ, ਮਾਤਾ ਪਿਤਾ ਪਰਿਵਾਰ ਦੀ ਅਸੀਂ ਸੰਭਾਲ ਕਰਨੀ ਹੈ। ਇਹ ਕੰਮ ਨਹੀਂ ਛੱਡਣਾ। ਗੁਰੂ ਸਾਹਿਬਾਂ ਦੇ ਕੋਲ ਜਦੋਂ ਆਏ ਹਾਂ ਤੇ ਗੁਰੂ ਇੱਕ ਸਿੱਖਿਆ ਦੇ ਰਹੇ ਨੇ, ਸਿੱਖਾ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਇੱਕ ਨਾਮ ਜਪ। ਜਪੋ ਤਾਂ ਏਕੋ ਅਵਰ ਨਿਰਾਫਲ ਕੰਮ।
ਹੁਣ ਦੇਖੋ ਬਾਣੀ ਦੀ ਵਿਆਖਿਆ ਬਾਣੀ ਕਰੇਗੀ। ਸੋਦਰ ਦੀ ਬਾਣੀ ਪੜ੍ਹੀਏ ਤੇ ਸਤਿਗੁਰੂ ਜ਼ਿੰਦਗੀ ਦਾ ਮਕਸਦ ਵੀ ਇਹੀ ਦੱਸਦੇ ਨੇ। ਉਹਨਾਂ ਇਹ ਵੀ ਦੱਸਿਆ ਕਿ ਨਾਮ ਜਪਣਾ ਕਿੱਥੇ ਹੈ। ਅਸੀਂ ਸਵਾਲ ਕਰਦੇ ਹਾਂ ਨਾਮ ਜਪਣਾ ਕਿਵੇਂ ਹੈ, ਪਰ ਜਿਹਨੇ ਵੀ ਅਸੀਂ ਜਪਣ ਦੇ ਤਰੀਕੇ ਪੁੱਛਦੇ ਹਾਂ, ਜਿਨ੍ਹਾਂ ਨੇ ਨਹੀਂ ਜਪਣਾ ਉਹਨਾਂ ਨੇ ਤਰੀਕਾ ਹੀ ਪੁੱਛਦੇ ਰਹਿਣਾ, ਜਪਣਾ ਕੋਈ ਨਹੀਂ। ਜਿਨ੍ਹਾਂ ਨੇ ਜਪਣਾ ਉਹਨਾਂ ਕਿਸੇ ਕੋਲ ਨਹੀਂ ਪੁੱਛਣਾ, ਉਹਨਾਂ ਚੌਂਕੜਾ ਮਾਰ ਕੇ ਬਹਿ ਜਾਣਾ, ਪਿਆਰ ਨਾਲ ਉਹਦਾ ਨਾਮ ਲਈ ਜਾਣਾ। ਜੁਗਤਾਂ ਸਾਰੀਆਂ ਹੀ ਪਰਮਾਤਮਾ ਆਪੇ ਬਖਸ਼ ਦਿੰਦਾ। ਜਪਣ ਵੱਲ ਪ੍ਰੇਰਿਤ ਹੋਵੋ। ਜਪਣ ਦੀ ਜੁਗਤ ਨਾ ਧਰੂ ਕੋਲ ਸੀ ਨਾ ਪ੍ਰਹਿਲਾਦ ਕੋਲ ਸੀ। ਮੈਂ ਬੇਨਤੀ ਇਹ ਕਰਿਆ ਸੀ ਆਪ ਜੀ ਨੂੰ, ਰਾਜਿਆਂ ਦੇ ਪੁੱਤਰ ਸਨ ਇਹ ਦੋਨੇ ਹੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਨਾਮ ਕਿਵੇਂ ਜਪਣਾ, ਕੁਲ ਦੇ ਸੰਸਕਾਰ ਵੀ ਨਹੀਂ, ਪਰ ਫਿਰ ਵੀ ਉਹਨਾਂ ਨੇ ਨਾਮ ਜਪਿਆ। ਇੱਕ ਉਦਾਹਰਨ ਬਣ ਗਏ ਕਿ ਨਾਮ ਜਪਣਾ ਤੇ ਧਰੂ ਦੀ ਤਰ੍ਹਾਂ ਜਪੋ ਤੇ ਪ੍ਰਹਿਲਾਦ ਦੀ ਤਰ੍ਹਾਂ ਜਪ ਲਓ। ਤੋ ਗੁਰੂ ਕੇ ਪਿਆਰਿਓ, ਜਿਨ੍ਹਾਂ ਜਪਣਾ ਨਾ, ਇਹ ਉਹੀ ਗੱਲ ਹੈ ਜਿਨ੍ਹਾਂ ਨੇ ਕਹਿ ਦਿੱਤਾ ਕਿ ਮਾਂ ਚੇਤੇ ਕਿਵੇਂ ਆਉਂਦੀ ਹੈ। ਮਾਂ ਨਾਲ ਪਿਆਰ ਹੋਵੇ, ਮਾਂ ਆਪੇ ਹੀ ਯਾਦ ਆਏਗੀ। ਜੇ ਮਾਂ ਨਾਲ ਪ੍ਰੀਤ ਹੀ ਨਹੀਂ, ਕਿਉਂਕਿ ਜੰਮੈ, ਜਦੋਂ ਇਹ ਜੰਮਿਆ ਸੀ ਨਾ, ਭਾਈ ਸਾਹਿਬ ਕਹਿੰਦੇ ਇਹਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਇਨਸਾਨ ਨੇ, ਬੰਦੇ ਨੇ, ਕਿ ਇਹਨੇ ਰੱਬ ਨੂੰ ਭੁਲਾਇਆ, ਜਿਹਨੇ ਇਹਨੂੰ ਜੀਵਨ ਦਿੱਤਾ। ਜੰਮੈ ਸਾਈਂ ਵਿਸਾਰਿਆ। ਹੁਣ ਅਗਲਾ ਦੇਖੋ, ਗ੍ਰਸਤੀ ਦਾ ਇੱਕ ਅੰਗ। ਮਾਤਾ ਪਿਤਾ ਨੇ ਜੰਮ ਕੇ ਇਹਨੂੰ ਪਾਲਿਆ ਪੋਸਿਆ, ਇਸ ਕਾਬਲ ਬਣਾਇਆ ਕਿ ਦੁਨੀਆ ਦੇ ਵਿੱਚ ਤੂੰ ਚੰਗੀ ਤਰ੍ਹਾਂ ਇੱਜ਼ਤ ਨਾਲ ਵਿਚਰ ਸਕੇ। ਫਿਰ ਇਹਦੀ ਸ਼ਾਦੀ ਹੋਈ। ਜਦੋਂ ਸ਼ਾਦੀ ਹੁੰਦੀ ਹੈ ਨਾ, ਤੇ ਇਹਨੇ ਮਾਂ ਪਿਓ ਨੂੰ ਹੀ ਭੁਲਾ ਦਿੱਤਾ। ਮੈਂ ਨਹੀਂ ਕਹਿ ਰਿਹਾ ਮੈਨੂੰ ਵਿੱਚੋਂ ਕੱਢ ਦੇਣਾ, ਮੈਂ ਤੇ ਇੱਕ ਗੁਰੂ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਸਾਡੀ ਆਦਤ ਕੀ ਹੈ ਦੁਨੀਆ ਦੀ, ਅਸੀਂ ਕਿੱਥੇ ਖੜੇ ਹਾਂ, ਕੈਸਾ ਜੀਵਨ ਜੀਉ ਰਹੇ ਹਾਂ। ਜਦੋਂ ਜੰਮੇ ਸੀ ਉਦੋਂ ਰੱਬ ਨੂੰ ਭੁਲਾਇਆ ਜਿਹਨੇ ਜੀਵਨ ਦਿੱਤਾ। ਫਿਰ ਜਿਨ੍ਹਾਂ ਦੇ ਜ਼ਰੀਏ ਜਨਮ ਮਿਲਿਆ, ਜਿਨ੍ਹਾਂ ਨੇ ਪਾਲਿਆ ਪੜ੍ਹਾਇਆ, ਜੰਮੇ ਸਾਈਂ ਵਿਸਾਰਿਆ ਵਿਵਾਹਿਆਂ, ਮਾਂ ਪਿਓ ਵਿਸਾਰੇ। ਮਾਂ ਪਿਓ ਨੂੰ ਵਿਸਾਰ ਦਿੰਦਾ, ਭੁਲਾ ਦਿੰਦਾ। ਗੁਰੂ ਪਿਆਰਿਓ, ਮੈਂ ਇੱਕ ਛੋਟੀ ਜਿਹੀ ਕਹਾਣੀ ਕਿਸੇ ਕਵੀ ਕੋਲੋਂ ਸੁਣੀ, ਕਿੰਨੀ ਢੁੱਕਦੀ ਇੱਥੇ। ਕਹਿੰਦੇ ਇੱਕ ਦੰਪਤ ਜੋੜੇ ਦੇ 2 ਬੱਚੇ ਨੇ, 2 ਬੇਟੇ, ਤੇ ਦੋਨੇ ਹੀ ਉਹ ਮਾਂ ਨਾਲ ਬੜੇ ਪਿਆਰ ਨਾਲ ਰਹਿੰਦੇ ਨੇ, ਬਹੁਤ ਪਿਆਰ ਕਰਦੇ, ਸਨੇਹ ਕਰਦੇ ਮਾਂ ਨੂੰ। ਜੇ ਵੱਡਾ ਮਾਂ ਦੀ ਗੋਦ ਵਿੱਚ ਬੈਠਾ ਹੋਵੇ ਤੇ ਛੋਟਾ ਉਹਦੇ ਨਾਲ ਲੜਦਾ, ਉੱਠ ਤੂੰ ਮੈਂ ਬਹਿਣਾ ਗੋਦੀ 'ਚ, ਤੂੰ ਪਰੇ ਹੋ ਜਾ। ਮਾਂ ਪਿਆਰ ਕਰਦੇ ਉਹਨਾਂ ਦੋਨਾਂ ਨੂੰ, ਬਚਪਨ ਹੈ, ਜੇ ਛੋਟੇ ਛੋਟੇ ਨੇ ਦੋਨਾਂ ਨੂੰ ਗੋਦੀ 'ਚ ਬਿਠਾ ਲੈਂਦੀ ਕਿ ਮੇਰੇ ਵਾਸਤੇ ਤੁਸੀਂ ਦੋਨੇ ਹੀ ਬਰਾਬਰ ਹੀ ਹੋ। ਵੱਡੇ ਹੋਏ ਜਦੋਂ ਵਿਆਹੇ ਗਏ ਨਾ, ਹੁਣ ਵੱਡਾ ਛੋਟੇ ਨੂੰ ਕਹਿੰਦਾ ਤੇਰਾ ਪਿਆਰ ਮਾਂ ਨਾਲ ਜ਼ਿਆਦਾ, ਮਾਂ ਨੂੰ ਤੂੰ ਲੈ ਜਾ। ਛੋਟਾ ਕਹਿੰਦਾ ਨਹੀਂ, ਮੇਰੇ ਪਾਸ ਨਾ ਜਗ੍ਹਾ ਤੇ ਨਾ ਮੇਰੇ ਪਾਸ ਸਮਾਂ ਹੀ ਹੈ ਮਾਂ ਨੂੰ ਸੰਭਾਲਣ ਦਾ, ਮਾਂ ਨੂੰ ਤੂੰ ਲੈ ਜਾ। ਬਚਪਨ ਵਿੱਚ ਦੋਨੇ ਲੜਦੇ ਸੀ, ਦੋਨੇ ਇੱਕ ਦੂਜੇ ਨੂੰ ਕਹਿੰਦੇ ਸੀ ਮਾਂ ਮੇਰੀ, ਮਾਂ ਮੇਰੀ। ਤੇ ਜਦੋਂ ਆਪਣੇ ਘਰ-ਬਾਰੀ ਹੋ ਗਏ, ਹੁਣ ਕਹਿੰਦੇ ਮਾਂ ਤੇਰੀ ਹੈ, ਤੂੰ ਲੈ ਜਾ, ਤੂੰ ਲੈ ਜਾ। ਤੇ ਸੰਸਾਰੀ ਲੋਕ ਨਾਲ ਕਈ ਕੁਝ ਜੋੜ ਲੈਂਦੇ। ਜਦੋਂ ਘਰ ਦੀ ਸੰਪત્ਤੀ ਵੰਡਣੀ ਹੋਵੇ ਨਾ, ਫਿਰ ਨਹੀਂ ਕਦੇ ਛੋਟਾ ਕਹੇਗਾ ਕਿ ਵੱਡਾ ਤੂੰ, ਤੇਰਾ ਪਰਿਵਾਰ ਵੱਡਾ, ਮੇਰੇ ਹਿੱਸੇ ਦੀ ਸੰਪત્ਤੀ ਵੀ ਤੂੰ ਹੀ ਲੈ ਜਾ, ਤੇ ਮਾਂ ਪਿਓ ਨੂੰ ਵੀ ਤੂੰ ਹੀ ਲੈ। ਐ ਨਹੀਂ ਕੋਈ ਕਹੇਗਾ ਸੰਪत्ति ਮੈਂ ਬਰਾਬਰ ਤੇਰੇ ਕੋਲ ਲੈਣੀ, ਪਰ ਮਾਂ ਪਿਓ ਨੂੰ ਤੂੰ ਹੀ ਲੈ ਜਾ। ਤੇ ਜਦੋਂ ਦੋਨੇ ਹੀ ਨਾ ਮੰਨਣ ਤੇ ਅੱਗੇ ਅੰਦਾਜ਼ਾ ਲਾ ਲਓ ਮਾਂ ਪਿਓ ਕਿੱਥੇ ਪਹੁੰਚ ਜਾਂਦਾ। ਇਹ ਤੇ ਅੱਜ ਅਸੀਂ ਜਗ੍ਹਾ ਜਗ੍ਹਾ ਦੇਖ ਰਹੇ ਹਾਂ। ਇਹ ਗ੍ਰਸਤ ਦਾ ਅੰਗ ਬਣ ਚੁੱਕਾ ਹੈ। ਸਤਿਗੁਰੂ ਅੱਜ ਸਮਝਾ ਰਹੇ ਨੇ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ। ਹੋਰ ਜਿੰਨੇ ਮਰਜ਼ੀ ਦੁਨੀਆ ਭਰ ਦੇ ਕੰਮ ਕਰ ਲੈ ਬੰਦਿਆ, ਨਾਮ ਜਪਣ ਤੋਂ ਬਿਨਾਂ ਜੀਵਨ ਸਫਲ ਨਹੀਂ ਜੇ ਹੋਣਾ, ਨਹੀਂ ਹੋਣਾ। ਇੱਕ ਹੋਰ ਬੇਨਤੀ ਕਰਕੇ ਫਿਰ ਰਹਿੰਦੇ ਸਮੇਂ ਵਿੱਚ ਮੈਂ ਆਖਰੀ ਅਰਥ ਕਰ ਦੇਵਾਂ। ਪਿਆਰਿਓ ਦੇਖੋ, ਇੱਕ ਬੜੇ ਪ੍ਰਚਲਿਤ ਬੋਲ ਨੇ, ਜਦੋਂ ਮਾਂ ਗੁਜ਼ਰ ਜਾਂਦੀ ਹੈ ਨਾ, ਸਟੇਜ ਤੋਂ ਬੜੀਆਂ ਗੱਲਾਂ ਮਾਂ ਦੇ ਪ੍ਰਤੀ ਕਹੀਆਂ ਜਾਂਦੀਆਂ ਨੇ।
ਪਰ ਬੜਾ ਦਿਲ ਦੁਖੀ ਹੁੰਦਾ ਕਿ ਜਿੰਨਾ ਚਿਰ ਉਹ ਜਿਉਂਦੀ ਸੀ ਉਦੋਂ ਤੇ ਕਿਸੇ ਨੇ ਇਹੋ ਜਿਹੀ ਸਿੱਖਿਆ ਕਿਸੇ ਨੂੰ ਦਿੱਤੀ ਨਹੀਂ, ਨਾ ਕਿਸੇ ਨੇ ਲਈ ਹੈ। ਹੁਣ ਕਹੀ ਜਾਂਦੇ ਨੇ ਕਿ ਮਾਂ ਦਾ ਕਰਜ਼ ਕੋਈ ਨਹੀਂ ਉਤਾਰ ਸਕਦਾ, ਮਾਂ ਦਾ ਰਿਣ ਕੋਈ ਉਤਾਰ ਹੀ ਨਹੀਂ। ਭਾਈ ਬੈਂਕ ਵਿੱਚੋਂ ਤੁਸੀਂ ਕਰਜ਼ਾ ਲੈਂਦੇ ਹੋ, ਜਦੋਂ ਕਿਸ਼ਤ ਨਹੀਂ ਦੇਣੀ ਤੇ ਕਰਜ਼ਾ ਕਿੱਥੋਂ ਉਤਰੇਗਾ? ਮਾਂ ਨੇ ਜਿਹੜਾ ਕਰਜ਼ਾ ਚਾੜਿਆ ਸਾਨੂੰ ਤੇ ਉਹ ਪਤਾ ਨਹੀਂ ਕਿ ਕਰਜ਼ਾ ਕੀ ਹੈ। ਸਾਨੂੰ ਪਤਾ ਹੈ ਮਾਂ ਦਾ ਕਰਜ਼ਾ ਕੀ ਹੈ। ਬਚਪਨ ਵਿੱਚ ਉਹ ਕਹਿੰਦੇ ਗਿੱਲੀ ਜਗ੍ਹਾ ਤੇ ਸੁੱਤੀ ਮਲ ਮੂਤਰ, ਜਿੱਥੇ ਬਾਰ ਤੂੰ ਕਰਦਾ ਸੀ ਬਚਪਨ ਵਿੱਚ ਮਲ ਮੂਤਰ, ਬਿਸਤਰਾ ਹੀ ਸਾਰਾ ਗਿੱਲਾ ਕਰ ਦਿੰਦਾ ਸੀ, ਮਲ ਵੀ ਉੱਤੇ ਮੂਤਰ ਵੀ ਉੱਤੇ। ਉਹ ਆਪ ਗਿੱਲੀ ਜਗ੍ਹਾ ਪੈ ਜਾਂਦੀ ਸੀ ਤੇ ਤੈਨੂੰ ਸੁੱਕੀ ਜਗ੍ਹਾ ਪਾਉਂਦੀ ਸੀ। ਇੱਕ ਤੇ ਦੇਣ ਉਹ ਉਹਦੀ ਇਹ ਦੇਣ ਹੈ। ਫਿਰ ਉਹਨੇ ਤੈਨੂੰ ਆਪਣਾ ਸ਼ੀਰ ਪਿਲਾ ਕੇ ਇੰਨਾ ਵੱਡਾ ਕੀਤਾ। ਤੀਜੀ ਗੱਲ, ਤੈਨੂੰ ਖਾਣਾ ਨਹੀਂ ਸੀ ਆਉਂਦਾ, ਤੈਨੂੰ ਖਾਣਾ ਸਿਖਾਇਆ, ਪੀਣਾ ਸਿਖਾਇਆ, ਚੱਲਣਾ ਸਿਖਾਇਆ, ਬੋਲਣਾ ਸਿਖਾਇਆ। ਹੋਰ ਦੱਸ, ਇਹ ਸਭ ਕੁਝ ਤੈਨੂੰ ਉਹਨੇ ਸਿਖਾਇਆ। ਉਹਨੇ ਸਭ ਕੁਝ ਤੈਨੂੰ ਇਹ ਦਿੱਤਾ। ਤੇ ਜਦੋਂ ਉਹ ਆਪ ਸੇਜਾ ਤੇ ਪੈ ਗਈ, ਹੁਣ ਤੇਰੇ ਕੋਲ ਵਕਤ ਹੈ ਨਹੀਂ ਉਹਦੀ ਸੇਵਾ ਕਰਨ ਲਈ। ਉਹਦਾ ਮਲ ਮੂਤਰ ਸਾਫ਼ ਕਰੇਗਾ ਬਿਨਾਂ ਨਫ਼ਰਤ ਤੋਂ। ਉਹਨੇ ਕੋਈ ਨਫ਼ਰਤ ਨਹੀਂ ਕੀਤੀ। ਬੱਚੇ ਨੂੰ ਸੰਭਾਲਣ ਲੱਗਿਆ ਮਾਂ ਕਰਦੀ ਨਫ਼ਰਤ? ਨਹੀਂ ਕਰਦੀ। ਕਿੰਨਾ ਵੀ ਲਿਬੜਿਆ ਹੋਵੇ, ਰੋਂਦਾ ਹੋਵੇ, ਚੱਕ ਕੇ ਉਹ ਆਪਣੀ ਛਾਤੀ ਨਾਲ ਲਾ ਲੈਂਦੀ। ਅਸੀਂ ਕਰਾਂਗੇ? ਇਹੀ ਤੇ ਕਰਜ਼ ਹੈ। ਇਹ ਕਰਜ਼ ਉਤਾਰਿਆ ਹੀ ਨਹੀਂ, ਨਾ ਕਿਸ਼ਤ ਕੋਈ ਦਿੱਤੀ, ਨਾ ਉਹਦੀ ਸੇਵਾ ਹੀ ਕੀਤੀ ਹੈ। ਤੇ ਜੇ ਸੇਵਾ ਕੀਤੀ ਨਹੀਂ ਜ਼ਿੰਦਗੀ ਦੇ ਵਿੱਚ, ਉਹ ਕਰਜ਼ ਉਤਰੇਗਾ ਕਿਵੇਂ ਉਤਰੇਗਾ? ਉਹ ਕਰਜ਼ ਬਣਿਆ ਹੀ ਰਹਿਣਾ ਪਿਆਰਿਓ। ਇਸ ਲਈ ਇੱਕ ਤੇ ਮਾਤਾ ਪਿਤਾ ਦੀ ਸੇਵਾ ਕਰਨੀ ਜ਼ਰੂਰੀ ਹੈ। ਭਾਈ ਸਾਹਿਬ ਕਹਿੰਦੇ ਮਾਤਾ ਪਿਤਾ ਦੀ ਸੇਵਾ ਤੋਂ ਵੱਡਾ ਤੀਰਥ ਕੋਈ ਨਹੀਂ। ਮੈਨੂੰ ਮਾਫ ਕਰ ਦੇਣਾ। ਮਾਂ ਬਾਪ ਦੀ ਜੇ ਸੇਵਾ ਨਹੀਂ ਕੀਤੀ, ਪੜ੍ਹੀ ਜਾਓ ਜਿੰਨੇ ਧਾਰਮਿਕ ਗ੍ਰੰਥ ਪੜ੍ਹਨੇ, ਪਾਠ ਪੂਜਾ ਕਰਨੀ ਕਰੀ ਜਾਓ, ਕਿਸੇ ਅਰਥ ਨਹੀਂ। ਦਾਨ ਪੁੰਨ, ਮੈਂ ਕੋਲੋਂ ਨਹੀਂ ਕਹਿ ਰਿਹਾ, ਭਾਈ ਗੁਰਦਾਸ ਦੇ ਬਚਨ ਪੜ੍ਹ ਲੈਣੇ ਪਿਆਰਿਓ। ਭਾਈ ਸਾਹਿਬ ਕਹਿੰਦੇ ਕੋਈ ਤੇਰਾ ਧਰਮ ਕਰਮ ਜਿਹੜਾ ਸਫਲ ਨਹੀਂ ਹੋਣਾ, ਉਹਦਾ ਫਲ ਤੈਨੂੰ ਨਹੀਂ ਜੇ ਮਿਲਣਾ, ਜੇ ਤੂੰ ਇਹ ਮਾਤਾ ਪਿਤਾ ਨੂੰ ਦੁਖੀ ਕੀਤਾ ਜਾਂ ਉਹਨਾਂ ਦੀ ਸੇਵਾ ਨਾ ਕੀਤੀ। ਤੋ ਮੇਰੇ ਸਤਿਗੁਰੂ ਅੱਜ ਸਮਝਾਉਂਦੇ ਨੇ ਕਿ ਆਵਰ ਹੋਰ ਜਿੰਨੇ ਵੀ ਤੈਨੂੰ ਜ਼ਿੰਦਗੀ 'ਚ ਤੂੰ ਕੰਮ ਕੀਤੇ, ਸਭ ਕੀ ਨੇ? ਨਿਫਲ ਜਾਣੇ ਨੇ। ਕੋਈ ਉਹਨਾਂ ਦਾ ਫਲ ਤੈਨੂੰ ਨਹੀਂ ਮਿਲਣਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੇ ਕੋ ਜਾਓ। ਇਹ ਆਰੰਭ ਹੈ ਜੀ। ਕੇਂਦਰੀ ਭਾਵ ਅਸੀਂ ਵਾਚ ਲਿਆ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਆਰੰਭ ਦਾ ਵਚਨ ਹੈ ਭਾਂਡਾ। ਹੁਣ ਭਾਂਡਾ ਕੀ ਹੈ ਜੀ? ਸਰੀਰ। ਇੱਥੇ ਭਾਂਡਾ ਬਰਤਨ ਨਹੀਂ ਹੈ, ਪਰ ਉਦਾਹਰਨ ਉਹੀ ਦਿੱਤੀ ਹੈ। ਭਾਂਡਾ, ਜੋ ਦੁੱਧ ਲੈਣ ਜਾਣਾ ਹੋਵੇ ਅਸੀਂ ਤਾਂ ਪਹਿਲਾਂ ਭਾਂਡਾ ਹੀ ਦੇਖਦੇ ਹਾਂ। ਬਲਕਿ ਬਹੁਤੇ ਲੋਕ ਤੇ ਦੁੱਧ ਪਵਾਉਣ ਤੋਂ ਪਹਿਲਾਂ ਉਹਨੂੰ ਨੱਕ ਨਾਲ ਉਹਦੀ ਬਾਸ ਲੈ ਲੈਂਦੇ। ਇਹਦੇ 'ਚੋਂ ਖਟਾਸ਼ ਤੇ ਨਹੀਂ, ਇਹਦੇ ਕੋਈ ਬਾਸ ਗੰਦੀ ਬਦਬੂ ਤੇ ਨਹੀਂ ਆ ਰਹੀ, ਗੰਦਾ ਤੇ ਨਹੀਂ ਬਰਤਨ। ਐਸਾ ਕਿਉਂ ਕਰਦੇ ਅਸੀਂ? ਕਿਉਂਕਿ ਗੰਦੇ ਬਰਤਨ ਵਿੱਚ ਦੁੱਧ ਪਾਵਾਂਗੇ, ਦੁੱਧ ਫਟ ਜਾਏਗਾ, ਬੇਕਾਰ ਚਲਾ ਜਾਏਗਾ। ਆ ਸਰੀਰ ਰੂਪੀ ਭਾਂਡਾ ਵੀ ਜਿਹੜਾ ਨਾ, ਇਹਦੇ ਵਿੱਚ ਰੱਬ ਦੇ ਨਾਮ ਦਾ ਪਾਉਣਾ ਹੈ, ਗੁਰੂ ਦੇ ਸ਼ਬਦ ਦਾ ਕੀ ਪਾਉਣਾ ਹੈ ਜੀ? ਦੁੱਧ। ਧਿਆਨ ਦੇਣਾ, ਸਰੀਰ ਹੀ ਭਾਂਡਾ ਹੈ। ਤੇ ਜਿਵੇਂ ਦੁੱਧ ਪਵਾਉਣ ਵਾਸਤੇ ਭਾਂਡੇ ਨੂੰ ਅਸੀਂ ਸਾਫ਼ ਸੁਥਰਾ ਕਰਦੇ ਹਾਂ ਨਾ, ਐਦਾਂ ਹੀ ਸਾਹਿਬ ਕਹਿੰਦੇ ਇਹਨੂੰ ਵੀ ਸ਼ੁੱਧ ਕਰ, ਤਾਂ ਹੀ ਅੰਦਰ ਗੁਰੂ ਦੇ ਸ਼ਬਦ ਦਾ ਟਿਕਾਅ ਹੋਏਗਾ। ਤੇ ਸ਼ਬਦ ਨੂੰ ਜਦੋਂ ਰਿੜਕੇਗਾ ਨਾ, ਫੇਰ ਹੀ ਤੈਨੂੰ ਮੱਖਣ ਖਾਣ ਨੂੰ ਮਿਲੇਗਾ। ਨਹੀਂ ਤੇ ਛਾਛ ਲੱਸੀ ਪੀ ਜਾ। ਮੱਖਣ ਪਤਾ ਕੌਣ ਖਾਂਦੇ ਨੇ? ਸੰਤੋ ਮਾਖਣ ਖਾਇਆ, ਛਾਛ ਪੀਐ, ਲੱਸੀ ਪੀਂਦੀ ਹੈ ਦੁਨੀਆ, ਸੰਸਾਰ। ਭਾਂਡਾ ਧੋਏ, ਧੋ ਕੇ ਇਹਨੂੰ, ਕਿਉਂਕਿ ਗੁਰੂ ਪੰਥ ਦੇ ਇਹ ਨਿਯਮ ਨੇ। ਸੁਣ ਗੱਲਾਂ ਗੁਰ ਪੈ ਆਇਆ, ਨਾਮਦਾਨ ਇਸ਼ਨਾਨ ਦ੍ਰਿੜਾਇਆ। ਗੁਰੂ ਨੇ ਕੰਮ ਦ੍ਰਿੜ ਕਰਾਏ ਹੋਏ ਨੇ ਸਾਨੂੰ ਕਿ ਇਸ਼ਨਾਨ ਕਰਨਾ ਸਿੱਖਾ ਜ਼ਰੂਰੀ ਹੈ। ਕਰ ਇਸ਼ਨਾਨ। ਇਸ਼ਨਾਨ ਕਰਕੇ ਕਰਨਾ ਕੀ? ਕਰਨਯੋਗ ਕੰਮ ਕੀ ਹੈ? ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਸ਼ੁੱਧ ਕਰ ਲੈ ਭਾਂਡੇ। ਤਉ ਦੁੱਧੇ ਕੋ ਜਾ, ਫਿਰ ਗੁਰੂ ਕੋ ਲਾ, ਤੇ ਗੁਰੂ ਦੇ ਘਰੋਂ ਤੈਨੂੰ ਸ਼ਬਦ ਰੂਪੀ ਦੁੱਧ ਮਿਲੇਗਾ। ਦੂਧ ਕੀ ਹੈ? ਦੂਧ ਕਰਮ। ਆ ਉਹੀ ਤੇ ਵਿਚਾਰ ਕਰਦੇ ਪਏ ਆ ਕਿ ਕਰਨਾ ਕੀ ਹੈ। ਫੁੰਨ ਸੁਰਤ, ਆ ਜਿਹੜਾ ਧਿਆਨ ਹੈ ਨਾ, ਧਿਆਨ ਇਹਦੇ ਸੱਜੇ ਖੱਬੇ ਹੀ। ਫਲਾਣਾ ਕਿਹੋ ਜਿਹੇ ਕੱਪੜੇ ਪਾ ਕੇ ਆਇਆ, ਮੈਂ ਵੀ ਯਤਨ ਕਰਦਾ ਇਹੋ ਜਿਹਾ ਹੀ ਸੂਟ ਲਵਾਂ।
ਇਹ ਕਰਨ ਇੱਥੇ ਨਹੀਂ ਆਏ, ਮੈਨੂੰ ਮਾਫ ਕਰ ਦੇਣਾ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੇ ਤੇ, ਕਿਉਂਕਿ ਬਾਣੀ ਕਹਿ ਰਹੀ ਹੈ ਤੱਜ ਛੱਡ ਦੇ ਜੇ ਇੱਥੇ ਬੈਠਾ ਤੇ ਬਾਵੇ ਦਾਣੇ ਆ ਦਾएं ਬਾएं ਨਾ ਦੇਖ, ਗੁਰੂ ਵੱਲ ਦੇਖ, ਗੁਰੂ ਤੈਨੂੰ ਕੀ ਕਹਿ ਰਿਹਾ ਤੇ ਗੁਰੂ ਦੀ ਗੱਲ ਧਿਆਨ ਨਾਲ ਸੁਣ। ਗੁਰੂ ਦੀ ਗੱਲ ਧਿਆਨ ਨਾਲ ਸੁਣੇਗਾ ਤੇ ਉਹ ਸੋਝੀ ਆਏਗੀ ਜਿਹੜੀ ਸੂਝ ਤੂੰ ਲੈਣ ਲਈ ਇੱਥੇ ਆਇਆ। ਇੱਧਰ ਉੱਧਰ ਨਾ ਦੇਖ ਤੂੰ, ਇੱਧਰ ਲੋਕਾਂ ਨੂੰ ਸੰਗਤਾਂ ਨੂੰ ਦੇਖਣ ਲਈ ਨਹੀਂ ਆਇਆ ਤੂੰ, ਗੁਰੂ ਵੱਲ ਦੇਖ ਕੇ ਗੁਰੂ ਕਹਿੰਦਾ ਕੀ ਹੈ। ਦੁੱਧ ਹੈ ਕਰਮ ਫੁਨ ਸੁਰਤ, ਲੱਗੀ ਹੋਈ ਸੁਰਤ ਸ਼ਬਦ ਨਾਲ ਕੀ ਹੈ ਜਾਗ। ਸਮਾਇਨ ਦਾ ਮਤਲਬ ਹੈ ਦੁੱਧ ਨੂੰ ਜਾਗ ਲਾਣਾ। ਹੋਏ ਨਿਰਾਸ਼, ਕੋਈ ਆਸ ਕਿਸੇ ਤੋਂ ਨਹੀਂ। ਸਿਆਣੇ ਲੋਕ ਕਹਿੰਦੇ ਕਿਸੇ ਤੋਂ ਆਸ ਨਹੀਂ ਰੱਖਣੀ ਚਾਹੀਦੀ। ਕਿਹਦੇ ਤੋਂ ਆਸ ਰੱਖੀਏ ਫਿਰ? ਇਹ ਕਿ ਆਸ ਰੱਖੋ ਮਨ ਮਾਹੀ, ਗੁਰੂ ਤੋਂ ਰੱਖੋ, ਰੱਬ ਤੋਂ ਆਸ ਰੱਖੋ। ਉਹ ਦੇਂਦਾ ਹੈ ਤੇ ਦੇਂਦਾ ਕਦੇ ਥੱਕਦਾ ਨਹੀਂ। ਥੱਕ ਅਸੀਂ ਜਾਂਦੇ ਹਾਂ ਲੈ ਲੈ ਕੇ ਉਹ ਦਈ ਜਾਂ। ਬੰਦਿਆਂ ਕੋਲੋਂ ਕਦੇ ਆਸ ਨਹੀਂ ਕਰਨੀ ਚਾਹੀਦੀ। ਤੇ ਨਿਰਾਸ਼ ਹੋ ਕੇ ਜਮਾਓ ਰਹਾਓ ਤੋਂ ਅੱਗੇ। ਇਹ ਮਨ ਈਟੀ ਹੱਥ ਕਰੋ। ਦੁੱਧ ਰਿੜਕਣ ਦੀ ਪੂਰੀ ਜੁਗਤ ਦੱਸੀ। ਮਨ ਨੂੰ ਬਣਾ ਲਓ ਕਿ ਈਟੀ, ਈਟੀ ਦਾ ਮਤਲਬ ਪੁਰਾਣੀ ਬੀਬੀ ਕੋਈ 60 ਸਾਲ ਦੀ ਬੈਠੀ ਹੋਵੇ ਤੇ ਉਹਨੂੰ ਪਤਾ ਹੱਥ ਦੇ ਵਿੱਚ ਉਹ ਜਿਹੜਾ ਪਾਇਆ ਹੁੰਦਾ ਨਾ ਰੱਸੀ ਦੇ ਅੱਗੇ ਲੱਕੜੀ ਦਾ ਟੁਕੜਾ, ਉਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਮਨ ਦੀਆਂ ਈਟੀਆਂ ਬਣਾ ਲੈ। ਤੂੰ ਉਹਨੂੰ ਪਕੜ ਕੇ ਰੱਖ, ਮਨ ਨੂੰ ਇੱਧਰ ਉੱਧਰ ਦੌੜਨ ਨਹੀਂ ਦੇਣਾ, ਫਿਸਲਣ ਨਹੀਂ ਦੇਣਾ। ਇਹ ਮਨ ਈਟੀ ਹਾਥ ਆਪਣੇ ਹੱਥ ਵਿੱਚ। ਫੁੰਨ ਨੇਤਰੋਂ ਨੀਂਦ ਨਾ ਆਵੇ, ਆਲਸ ਦੀ ਨਿੰਦਰਾ ਦਰਿਦਰ। ਰਸਨਾ ਨਾਮ ਜਪੋ ਤਬ ਮਥੀਐ, ਜ਼ੁਬਾਨ ਨਾਲ ਪਰਮਾਤਮਾ ਦਾ ਨਾਮ ਜਪ ਤੇ ਇਹ ਹੈ ਮਧਾਣੀ। ਇਨ ਬਿਦ, ਇਹ ਤਰੀਕੇ ਨਾਲ ਉਹ ਜੋ ਤੂੰ ਰਿੜਕ ਰਿਹਾ ਨਾ ਸ਼ਬਦ, ਉਹਦੇ ਵਿੱਚੋਂ ਮਿਲੇਗਾ ਕੀ? ਅੰਮ੍ਰਿਤ। ਅੰਮ੍ਰਿਤ ਕੀ ਹੈ? ਜਿਹਦੇ ਨਾਲ ਤੈਨੂੰ ਉਹ ਜੀਵਨ ਮਿਲੇਗਾ ਜਿਹੜਾ ਜੀਵਨ ਕਦੇ ਮਿਟਦਾ ਨਹੀਂ। ਆਖਾਂ ਜੀਵਾਂ ਵਿਸਰੈ ਮਰ ਜਾਓ, ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋਏਗੀ ਤੇ ਤੂੰ ਅਮਰ ਹੋ ਜਾਏਗਾ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ। ਮਨ ਰੂਪੀ ਡੱਬੇ ਵਿੱਚ ਇਹਨੂੰ ਸੰਭਾਲ ਕੇ ਰੱਖ ਲੈ। ਸਤ ਸਰ, ਸਤ ਦਾ ਸਰੋਵਰ ਜਿੱਥੇ ਇਸ਼ਨਾਨ ਕਰਨਾ। ਭਾਵਨ ਪਾਤੀ, ਭਾਵਨਾ ਦਾ ਭਾਂਡਾ ਜਿਹਦੇ ਵਿੱਚ ਇਹਨੂੰ ਰੱਖਣਾ ਤੇ ਬਾਰ-ਬਾਰ ਪੀਣਾ, ਫਿਰ ਤ੍ਰਿਪਤ ਹੋ ਜਾਏਗਾ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਇਹੀ ਤੇਰੀ ਸਿੱਖਾ ਪੂਜਾ ਹੈ, ਇਹੀ ਸਿਮਰਨ ਹੈ। ਸ਼ਬਦ ਨੂੰ ਤਨ ਰੂਪੀ ਭਾਂਡੇ ਵਿੱਚ ਰੱਖ ਕੇ ਨਾ ਰਸਨਾ ਰੂਪੀ ਮਧਾਣੀ ਦੇ ਨਾਲ ਰਿੜਕ, ਤੇ ਰਿੜਕਦਿਆਂ ਸ਼ਬਦ ਦੇ ਵਿੱਚੋਂ ਤੱਤ ਨਿਕਲੇਗਾ ਅੰਮ੍ਰਿਤ। ਉਹ ਅੰਮ੍ਰਿਤ ਜਦੋਂ ਪੀਵੇਂਗਾ ਤ੍ਰਿਪਤ ਹੋ ਜਾਏਗਾ, ਰਜ ਜਾਏਗਾ। ਕਹਿੰਦੇ ਕਹਿ ਜਾਵੇਂ ਤੁਮ ਸਾਰੇ ਅਵਰ ਨ ਕੋਈ, ਭਗਤਹੀਨ ਨਾਨਕ ਜਨ ਜੰਪੈ ਹਉਸਾ ਲਾਹੀ, ਸੱਚਾ ਸੋਹੀ। ਸਮਾਂ ਇਜਾਜ਼ਤ ਨਹੀਂ ਦਿੰਦਾ ਗੁਰੂ ਕੇ ਪਿਆਰੇ। ਜੋ ਸਮਾਂ ਮਿਲਿਆ ਸੀ, ਸਮੇਂ ਦੀ ਸੰਪੂਰਨਤਾ ਹੈ। ਅਜੇ ਇਹ ਸ਼ਬਦ ਬਹੁਤ ਵਿਸਥਾਰ ਮੰਗਦਾ ਹੈ, ਪਰ ਅੱਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਵੀ ਹੈ। ਸਤਿਗੁਰਾਂ ਨੇ ਬੈਠਦਿਆਂ ਹੀ ਸ਼ਸਤਰਧਾਰੀ ਹੋਣ ਦਾ ਐਲਾਨ ਕਰ ਦਿੱਤਾ। ਮੇਰੇ ਵਰਗੇ ਕਮਜ਼ੋਰ ਜਿਹੜੇ ਸਨ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨਾਂ ਨੇ ਮਾਤਾ ਜੀ ਪਾਸ ਸ਼ਿਕਾਇਤ ਵੀ ਕੀਤੀ ਕਿ ਇੱਦਾਂ ਤੇ ਸਰਕਾਰੀ ਦਰਬਾਰੇ ਵਿਗੜ ਜਾਏਗੀ। ਪਰ ਸਤਿਗੁਰਾਂ ਨੇ 2 ਤਲਵਾਰਾਂ ਪਹਿਨੀਆਂ, ਤਖਤ ਤੇ ਬੈਠਦਿਆਂ ਹੀ ਮੀਰੀ ਤੇ ਪੀਰੀ ਦੀ ਪੁੱਛਿਆ ਕਿ ਤੁਸੀਂ ਇਹ 2 ਕਿਉਂ ਪਹਿਨੀਆਂ? ਤੇ ਦੱਸਿਆ ਸੀ ਸਤਿਗੁਰਾਂ ਨੇ, ਇੱਕ ਨਾਲ ਮੈਂ ਮੀਰਾਂ ਦੀ ਮੀਰੀ ਖੋਵਾਂਗਾ ਤੇ ਦੂਜੇ ਨਾਲ ਪੀਰਾਂ ਦੀ ਪੀਰੀ। ਇੱਥੋਂ ਹੀ ਸੰਤ ਤੇ ਸਿਪਾਹੀ ਦਾ ਜਿਹੜਾ ਹੈ ਨਾ ਪ੍ਰਸੰਗ ਕਹਿ ਲਓ, ਵਿਚਾਰ ਕਹਿ ਲਓ, ਮੁੱਢ ਕਹਿ ਲਓ, ਬੱਝਿਆ। ਜੋ ਸੋਢੀ ਸੁਲਤਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਖਤ ਤੇ ਬੈਠਦਿਆਂ ਹੀ ਮੇਰੀ ਪੀਰੀ ਦੀ ਤਲਵਾਰ ਪਹਿਨ ਕੇ ਇਹ ਦਾਤ ਜਿਹੜੀ ਹੈ ਸਿੱਖ ਨੂੰ ਦਿੱਤੀ ਕਿ ਸਿੱਖਾ ਤੂੰ ਸੰਤ ਵੀ ਹੈ, ਸਿਪਾਹੀ ਵੀ ਹੈ। ਤੂੰ ਧਰਮੀ ਹੋਣ ਦੇ ਨਾਲ ਨਾਲ ਰਾਜਨੀਤਕ ਵੀ ਹੈ। ਸਮੇਂ ਦੀ ਸੰਪੂਰਨਤਾ ਭੁੱਲਾਂ ਚੁੱਕਾਂ ਦੀ ਖਿਮਾ। 1 ਮਹੀਨਾ ਤਕਰੀਬਨ ਆਪ
ਸਤ ਸੰਗਤ ਦੇ ਵਿੱਚ ਰਹਿ ਕੇ ਦਾਸ ਨੇ ਸ਼ਬਦ ਦੀ ਵਿਚਾਰ ਦੀ ਸੇਵਾ ਕੀਤੀ ਹੈ। ਸੇਵਾ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਖਾਮੀਆਂ ਰਹਿ ਜਾਂਦੀਆਂ, ਦਾਸ ਜਾਣ ਕੇ क्षमा ਕਰ ਦੇਣਾ। ਆਪ ਸੰਗਤਾਂ ਦਾ ਧੰਨਵਾਦ, ਸਤਿਗੁਰਾਂ ਦਾ ਧੰਨਵਾਦ, ਸਮੂਹ ਸਟਾਫ ਦਾ ਧੰਨਵਾਦ। ਵਿਸ਼ੇਸ਼ ਤੌਰ 'ਤੇ ਬਹੁਤ ਆਨੰਦ ਆਇਆ। ਭਾਈ ਰਾਜ ਸਿੰਘ ਜੀ ਨਾਲ ਸੇਵਾ ਕਰਦਿਆਂ, ਕੀਰਤਨ ਸਰਵਣ ਕਰਦਿਆਂ ਪਤਾ ਹੀ ਨਹੀਂ ਲੱਗਾ 4 ਵੀਕਾਂ ਕਦੋਂ ਬੀਤ ਗਈਆਂ। ਐਸਾ ਇਹ ਸ਼ਬਦ ਨਾਲ ਰੰਗਦੇ ਨੇ ਸਤਸੰਗੀ ਨੂੰ ਕਿ ਉੱਠਣ ਨੂੰ ਰੂਹ ਨਹੀਂ ਕਰਦੀ, ਕਿਉਂਕਿ ਕਈ ਵਾਰੀ ਬੇਵੱਸੀ ਹੁੰਦੀ ਹੈ, ਉੱਠਣਾ ਹੀ ਪੈਂਦਾ। ਲੇਕਿਨ ਇਹਨਾਂ ਦੀ ਰਸਨਾ ਦੇ ਉੱਤੇ ਸਾਖਸ਼ਾਤ ਸਰਸਵਤੀ ਕਹਿ ਲਓ ਬੈਠੀ ਹੋਈ ਹੈ। ਕਿਸੇ ਵੀ ਸ਼ਬਦ ਨੂੰ ਇਹ ਗਾਉਂਦੇ ਨੇ ਅਤੇ ਨਿਭਾ ਦਿੰਦੇ ਨੇ। ਅਰਥ ਵੀ ਕਰਨ ਦੀ ਮੈਂ ਸਮਝਦਾ ਜ਼ਰੂਰਤ ਨਹੀਂ ਪੈਂਦੀ, ਇੰਨੀ ਬਖਸ਼ਿਸ਼ ਹੈ ਸਤਿਗੁਰਾਂ ਦੀ। ਇਹਨਾਂ ਲਈ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਹਫ਼ਤਾਵਾਰੀ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਹਾਰ ਰਸ ਕੀਰਤਨ ਸੁਰ ਸ਼ਰਵਣ ਕਰਕੇ ਚੱਲ ਸਤਿਗੁਰਾਂ ਨੇ ਅੱਜ ਜੋ ਅੰਮ੍ਰਿਤ ਵੇਲੇ ਆਪਣੇ ਤਖਤ 'ਤੇ ਪ੍ਰਕਾਸ਼ਮਾਨ ਹੋ ਕੇ ਆਪ ਸੰਗਤਾਂ ਲਈ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਸ੍ਰੀ ਮੁਖ ਵਾਕ ਦੀ ਕਥਾ ਗੁਰਮਤਿ ਵਿਚਾਰਾਂ, ਇਤਿਹਾਸਕ ਵਿਚਾਰਾਂ, ਅਤੀ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਖੁਸ਼ਦਿਲ ਜਲੰਧਰ ਵਾਲੇ, ਜੋ ਕਿ ਸਾਡੇ ਪਾਸ 1 ਮਹੀਨੇ ਤੋਂ ਕਥਾ ਦੀ ਸੇਵਾ ਨਿਭਾ ਰਹੇ ਸੀ। ਅੱਜ ਉਹਨਾਂ ਨੇ ਆਪ ਸੰਗਤਾਂ ਨੂੰ ਸਾਧ ਸੰਗਤ ਜੀ ਇਸ ਟੂਰ ਦਾ ਜੋ ਆਖਰੀ ਕਥਾ ਸੀ ਉਹ ਸ਼ਰਵਣ ਕਰਵਾਈ ਹੈ। 1 ਮਹੀਨੇ ਤੋਂ ਕਥਾ ਨਿਭਾਉਂਦਿਆਂ ਹੋਇਆਂ ਬੜਾ ਹੀ ਆਨੰਦ ਆਇਆ। ਸਾਧ ਸੰਗਤ ਜੀ ਸਾਡੇ ਪਾਸ ਪਹਿਲੀ ਵਾਰ ਆਏ ਸੀ ਤਾਂ ਬਹੁਤ ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੈ। ਅਸੀਂ ਤਾਂ ਇਹਨਾਂ ਨੂੰ ਅਗਲੇ ਸਮੇਂ ਵਾਸਤੇ ਹੋਰ ਵੀ ਸਮਾਂ ਲੈਣ ਲਈ ਬੇਨਤੀ ਕੀਤੀ ਸੀ, ਪਰ ਇਹਨਾਂ ਦੇ ਆਪਣੇ ਰੁਝੇਵੇਂ ਆ, ਹੋਰ ਜਗ੍ਹਾ 'ਤੇ ਵੀ ਸਾਧ ਸੰਗਤ ਜੀ ਸਮਾਂ ਦਿੱਤਾ ਹੋਇਆ। ਫਿਰ ਜਦੋਂ ਸਤਿਗੁਰੂ ਜੀ ਕਿਰਪਾ ਕਰਨਗੇ, ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਜੀ 1 ਮਹੀਨਾ ਨਹੀਂ 2 ਮਹੀਨੇ ਤਾਂ ਸਾਨੂੰ ਸੰਗਤ ਨੂੰ ਜ਼ਰੂਰ ਸਮਾਂ ਦਿਓ। ਤਾਂ ਸਤਿਗੁਰੂ ਜੀ ਕਿਰਪਾ ਕਰਨਗੇ, ਫਿਰ ਆਪ ਸੰਗਤ ਦੇ ਦਰਸ਼ਨ ਕਰਨਗੇ ਜੀ। ਸੰਗਤਾਂ ਵੱਲੋਂ, ਸਟਾਫ ਵੱਲੋਂ, ਬਾਬਾ ਜੀ ਵੱਲੋਂ ਬਹੁਤ ਬਹੁਤ ਗਿਆਨੀ ਜੀ ਦਾ ਧੰਨਵਾਦ। ਉਮੀਦ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਇਸੇ ਤਰ੍ਹਾਂ ਹੀ ਆਪਣੇ ਪੰਥ ਦੀ ਸੇਵਾ ਲੈਂਦੇ ਰਹਿਣ ਜੀ। ਆਓ ਅਗਲੇ ਸਮੇਂ ਮੁਤਾਬਕ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਰਾਜ ਸਿੰਘ ਜੀ 1:15 ਵਜੇ ਤੱਕ ਆਪ ਜੀ ਨੂੰ ਰਸ ਪਿੰਨਾ ਹਰੀ ਜਸ ਕੀਰਤਨ ਸ਼ਰਵਣ ਕਰਵਾਉਂਦੇ ਹੈ। ਇਹਨਾਂ ਤੋਂ ਉਪਰੰਤ ਬਾਬਾ ਜੀ ਨੇ ਹਾਜ਼ਰੀ ਭਰਨੀ ਹੈ।